ਜੀਓ। ਗਗਨ ਦਮਾਮਾ ਬਾਜਿਓ ਭਰਿਓ ਨਿਸ਼ਾਨੈ ਘਾਉ। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕਉ ਦਾਉ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ ਕਬਹੂ ਨ ਛਾਡੈ ਖੇਤ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਅੱਜ ਦਾ ਵਿਸ਼ੇਸ਼ ਦੀਵਾਨ ਉਹਨਾਂ ਮਹਾਨ ਸੂਰਬੀਰ ਯੋਧਿਆਂ ਦੀ ਯਾਦ ਵਿੱਚ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 4 ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਚਮਕੌਰ ਸਾਹਿਬ ਦੇ ਵਿੱਚ ਅਨੇਕਾਂ ਹੋਏ ਗੁਰਮੁਖ ਪਿਆਰੇ ਸਿੰਘ ਸ਼ਹੀਦ, ਉਹਨਾਂ ਸਾਰਿਆਂ ਨੂੰ ਵੀ ਅਸੀਂ ਯਾਦ ਕਰਨ ਵਾਸਤੇ ਅੱਜ ਇਕੱਤਰ ਹੋਏ ਹਾਂ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ, ਸ਼ੁਰੂ ਵਿੱਚ ਹੀ ਆਪ ਜੀ ਨੇ ਥੋੜਾ ਜਿਹਾ ਟਿਕਾ ਬਣਾਉਣਾ। ਜਿੱਡਾ ਵੱਡਾ ਇਹ ਸਾਕਾ ਹੈ, ਉਹਦੀ ਵਾਹਿਗੁਰੂ ਕਿਰਪਾ ਕਰੇ ਮੈਨੂੰ ਕਹਿਣ ਦੀ ਤੇ ਤੁਹਾਨੂੰ ਸੁਣਨ ਦੀ ਹਿੰਮਤ ਬਖਸ਼ਿਸ਼ ਕਰੇ। ਕਈ ਵਾਰ ਅਸੀਂ ਜਦੋਂ ਵਿਚਾਰ ਕਰਦੇ ਜਾਂ ਸੁਣਦੇ ਹਾਂ, ਮਨ ਵੈਰਾਗ ਵਿੱਚ ਆ ਜਾਂਦਾ ਹੈ। ਉਸ ਨੂੰ ਕਪਟ ਨਾ ਸਮਝਣਾ, ਇਹ ਸੁਭਾਵਿਕ ਗੱਲ ਹੈ, ਕਿਉਂਕਿ ਜਿੱਡਾ ਵੱਡਾ ਇਹ ਸਾਕਾ ਹੈ ਤੇ ਉਹ ਜਦੋਂ ਸਾਹਿਬਜ਼ਾਦਿਆਂ ਦੀ ਗੱਲ ਆਉਂਦੀ, ਛੋਟੀ ਉਮਰ ਵਿੱਚ ਜਿੱਡੀ ਵੱਡੀ ਉਹ ਸਾਧ ਸੰਗਤ ਜੀ ਸ਼ਹਾਦਤ ਦੇ ਕੇ ਗਏ ਨੇ। ਅਸੀਂ ਪੱਥਰ ਦਿਲ ਨਹੀਂ ਹਾਂ, ਅਸੀਂ ਇਨਸਾਨ ਹਾਂ। ਇਨਸਾਨ ਦੇ ਤੌਰ ਤੇ ਸਾਡਾ ਮਨ ਸੁਭਾਵਿਕ ਹੈ, ਵਿਚਾਰ ਕਰਦਿਆਂ ਸੁਣਦਿਆਂ ਵਿਰਾਗ ਵਿੱਚ ਆ ਸਕਦਾ। ਮੈਂ ਤਾਂ ਸ਼ੁਰੂ ਚ ਕਿਹਾ ਟਿਕਾ ਬਣਾਇਓ ਤੇ ਹਿੰਮਤ ਬਖਸ਼ਿਸ਼ ਕਰੇ ਵਾਹਿਗੁਰੂ, ਕਿਰਪਾ ਕਰੇ ਤੁਹਾਡੇ ਨਾਲ ਮੈਂ ਸਾਂਝ ਪਾ ਸਕਾਂ। ਤੇ ਆਪ ਜੀ ਨੇ ਇਸੇ ਤਰ੍ਹਾਂ ਸਤਿਗੁਰੂ ਦੇ ਚਰਨਾਂ 'ਚ ਬੈਠ ਕੇ ਆਪਣੇ ਮਨ ਨੂੰ ਕੋਸ਼ਿਸ਼ ਕਰਨੀ, ਜਿਹੜੀ ਵਿਚਾਰ ਚੱਲੇ ਉਹਦੇ ਤੇ ਕੇਂਦਰਿਤ ਰੱਖਿਓ ਤੇ ਜਿਹੜੇ ਜਿਹੜੇ ਸਥਾਨ ਦੀ ਗੱਲ ਚੱਲੇ ਸੁਰਤ ਵਿੱਚ ਉਹ ਸਥਾਨ ਅਸੀਂ ਸੁਰਤ ਦੇ ਮੁਤਾਬਕ ਉਹਦੇ ਦਰਸ਼ਨ ਕਰੀਏ ਤਾਂ ਕਿ ਸਾਡੀ ਸਭ ਦੀ ਹਾਜ਼ਰੀ ਲੱਗ ਸਕੇ। ਆਓ ਸਾਧ ਸੰਗਤ ਇੱਕ ਵਾਰ ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਰੂਆਤ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸ਼ਬਦ ਤੋਂ ਕਰਾਂਗੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ ਕਿ ਜਾਪੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ। ਆਤਮ ਜਿਹੜੇ ਸਗਲ ਵਸਤਾ ਕਹਿ ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸੁਮਾਵਨ। ਸੰਗ ਜਨ ਕੇ ਚਰਨ ਵਸੈ ਮੇਰੇ ਹੀਰੇ ਸੰਗ ਪੁਨੀਤਾ ਦੇਹੀ। ਜਨ ਕੀ ਧੂੜ ਦੇਹੁ ਕਿਰਪਾ ਨਿਧ ਨਾਨਕ ਕੈ ਸੁਖ ਇਹੀ। ਜਿਹਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਜਿਸ ਨੂੰ ਇਸ ਸਰੀਰ ਵਿੱਚ ਇਸ ਸਮੇਂ ਵਿੱਚ ਰੰਗ ਲੱਗ ਗਿਆ ਪਰਮਾਤਮਾ ਦੇ ਨਾਮ ਦਾ, ਉਹ ਬਹੁਤ ਵੱਡਾ ਸੂਰਮਾ ਹੈ। ਉਹਨੇ ਆਪਣੇ ਮਨ ਨੂੰ ਜਿੱਤ ਲਿਆ ਤੇ ਇਹ ਜਿੱਤਿਆ ਉਹਨੇ ਆਪਣੇ ਪੂਰੇ ਸਤਿਗੁਰੂ ਦੇ ਰਾਹੀਂ। ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਇੰਨਾ ਰੰਗਿਆ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਚਰਨ ਧੂੜੀ ਵੀ ਅਸੀਂ ਲੋਚਦੇ ਹਾਂ। ਇਹ ਹੈ ਸ਼ਬਦ ਦੀ ਮੈਂ ਤਾਂ ਕਿਹਾ ਕਿ ਅਸੀਂ ਗੁਰਬਾਣੀ ਤੋਂ ਸ਼ੁਰੂਆਤ ਕਰਦੇ ਹਾਂ। ਵਿਚਾਰ ਦੀ ਇਤਿਹਾਸ ਦੀ ਸਮਾਂ ਬਹੁਤ ਸੀਮਤ ਜਿਹਾ ਹੈ, ਇਸ ਕਰਕੇ ਮੈਂ ਕੋਸ਼ਿਸ਼ ਕਰਾਂ ਕਿ ਬੜੀ ਸੰਖੇਪ ਵਿਚਾਰ ਕਰਾਂਗਾ ਵੱਡੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ। ਅਸੀਂ ਇੱਥੋਂ ਸ਼ੁਰੂਆਤ ਕਰਦੇ ਹਾਂ ਕਿ ਆਨੰਦਪੁਰ ਦਾ ਕਿਲਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਛੱਡਦੇ ਨੇ। ਉਸ ਵੇਲੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਝੂਠੀਆਂ ਕਸਮਾਂ ਖਾਧੀਆਂ ਸੀ, ਕੋਈ ਕੁਰਾਨ ਦੀ ਕਸਮ ਖਾ ਰਿਹਾ ਤੇ ਕੋਈ ਗੀਤਾ ਦੀ ਕਸਮ ਖਾ ਰਿਹਾ। ਯਾਦ ਰੱਖਿਓ ਜੀ, ਇੱਕ ਦਿਨ ਇਹ ਲੋਕ ਆਏ ਸੀ ਤੇ ਇਹ ਕਹਿੰਦੇ ਸੀ ਮਹਾਰਾਜ ਸਾਡਾ ਤਿਲਕ ਜੰਜੂ ਧੋਤੀ ਮੰਦਰਾਂ ਦੇ ਟੱਲ ਸਭ ਕੁਝ ਖਤਮ ਹੋ ਚੱਲਿਆ ਜੇ ਇਸੇ ਹੀ ਆਨੰਦਪੁਰ ਸਾਹਿਬ ਦੀ ਧਰਤੀ ਤੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਰਜੂ ਉਮਰ ਉਦੋਂ 9 ਸਾਲ, ਆਪੇ ਕਹਿੰਦੇ ਮੈਂ 9 ਸਾਲ ਸੀ। ਉਹਨਾਂ ਦੇ ਪਿਤਾ ਜੀ ਨੂੰ ਆ ਕੇ ਰੋ ਰੋ ਕੇ ਕਹਿ ਰਹੇ ਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਪਿਤਾ ਜੀ ਜੇ ਇਹਨਾਂ ਦਾ ਧਰਮ, ਇਹਨਾਂ ਦੇ ਇਸ
ਧਰਮ ਬਚਦਾ ਹੈ ਜੇ ਇਹਦੀ ਖਾਤਰ ਤੁਸੀਂ ਕਹਿੰਦੇ ਹੋ ਵੀ ਕੋਈ ਮਹਾਤਮਾ ਜਾਂ ਰੱਬ ਦਾ ਰੂਪ ਉਹਨੂੰ ਸ਼ਹਾਦਤ ਦੇਣੀ ਪਏਗੀ। ਤੇ ਆਪਾਂ ਸਾਰੇ ਜਾਣਦੇ ਕਿ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਰਹੇ ਸਨ ਵੀ ਤੁਸੀਂ ਜੇ ਇਹਨਾਂ ਦੀ ਬਾਹ ਫੜ ਲਓ ਤੇ ਮਹਾਰਾਜ ਹੋ ਸਕਦਾ ਤੁਹਾਡੇ ਤੋਂ ਬਿਨਾਂ ਕੋਈ ਨਾ ਫੜਨ ਵਾਲਾ ਬਾਹ ਵਿੱਚ। ਜਿਹੜਾ ਗੁਰੂ ਇਹ 9 ਸਾਲ ਦੀ ਉਮਰ 'ਚ ਕਹਿ ਰਿਹਾ ਸੀ, ਉਸ ਗੁਰੂ ਦੇ ਕੋਲੇ ਹੁਣ ਉਹ ਲੋਕ ਆ ਗਏ ਜਿਹੜੇ ਦੋਨੋਂ ਰਲ ਗਏ ਆਪਸ ਵਿੱਚ। ਸਮਝੋ ਮੇਰੀ ਬੇਨਤੀ ਨੂੰ, ਦੋਨੋਂ ਰਲ ਗਏ। ਜਿਹੜੇ ਇਹਨਾਂ ਦੇ ਜਨੇਊ ਤਿਲਕ ਤੇ ਟੱਲ ਜਿਹੜੇ ਬੰਦ ਕਰਨਾ ਚਾਹੁੰਦੇ ਸੀ, ਉਹਨਾਂ ਦੇ ਨਾਲ ਰਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੁੱਤਰ ਨੂੰ ਆ ਕੇ ਘੇਰਾ ਪਾ ਕੇ ਮਾਰਨਾ ਚਾਹੁੰਦੇ ਆ। ਵੇਖੋ ਸਮਾਂ ਜਦੋਂ ਇਸੇ ਕਰਕੇ ਅਕਿਰਤ ਘਾਣ ਸ਼ਬਦ ਉਹਦੇ ਵਾਸਤੇ ਵਰਤਿਆ ਜਾਂਦਾ ਜਿਹੜਾ ਬੰਦਾ ਕੀਤੇ ਪਰਉਪਕਾਰ ਨੂੰ ਭੁੱਲ ਜਾਏ। ਕਿਸੇ ਨੇ ਛੋਟਾ ਜਿਹਾ ਵੀ ਉਪਕਾਰ ਕੀਤਾ ਹੋਵੇ ਨਾ, ਉਹਨੂੰ ਵੀ ਬੰਦਾ ਯਾਦ ਰੱਖਦਾ, ਤੇ ਜਿਨ੍ਹਾਂ ਦੀ ਖਾਤਰ ਸਿਰ ਦੇ ਦਿੱਤਾ ਹੈ ਉਹ ਅਕਿਰਤ ਘਾਣ ਬਣ ਗਏ, ਭੁੱਲ ਗਏ। ਪਰ ਜਦੋਂ ਮੈਂ ਇਹ ਗੱਲ ਕਹਾਂਗਾ ਇਹਨੂੰ ਸਮੁੱਚੀ ਕੌਮ ਤੇ ਨਾ ਲੈ ਲੈਣਾ, ਕਿਉਂਕਿ ਅਸੀਂ ਸਮੁੱਚੀ ਕੌਮ ਦੀ ਨਹੀਂ ਗੱਲ ਕਰਾਂਗੇ, ਨਾ ਮੁਸਲਮਾਨ ਨਾ ਹਿੰਦੂ ਦੀ। ਉਹ ਜਦੋਂ ਗੱਲ ਚੱਲੇਗੀ ਤੇ ਉਹਨੂੰ ਅਸੀਂ ਕੌਮ ਦੇ ਉੱਤੇ ਟਾਰਗੇਟ ਬਣਾ ਕੇ ਨਹੀਂ ਗੱਲ ਹੈ। ਕੁਝ ਲੋਕਾਂ ਦੇ ਕਰਕੇ ਇਉਂ ਕਹਿ ਲਓ ਦੂਜੇ ਵੀ ਬਦਨਾਮੀ ਖੱਟ ਜਾਂਦੇ ਨੇ। ਖੈਰ ਮੈਂ ਬੇਨਤੀ ਕਰ ਰਿਹਾ ਕਿ ਕਸਮਾਂ ਖਾਧੀਆਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੀਆਂ ਖਾਧੀਆਂ ਹੋਈਆਂ ਕਸਮਾਂ ਨੂੰ ਮਹਾਰਾਜ ਜੀ ਮੰਨਦਿਆਂ ਹੋਇਆਂ ਇਉਂ ਕਹਿ ਲਓ ਗੁਰੂ ਨੂੰ ਤੇ ਸਾਰਾ ਕੁਝ ਸਾਧ ਸੰਗਤ ਜੀ ਅਸੀਂ ਇਹ ਨਹੀਂ ਕਹਿ ਸਕਦੇ ਗੁਰੂ ਨੂੰ ਕੋਈ ਸਮਝ ਨਹੀਂ ਜਾਂ ਪਤਾ ਨਹੀਂ ਸੀ ਕੁਝ ਵੀ। ਮਹਾਰਾਜ ਤੇ ਸਾਰਾ ਕੁਝ ਜਾਣਦੇ ਸਨ, ਪਰ ਗੁਰੂ ਨੇ ਇਹ ਪੂਰਨਾ ਪਾ ਦਿੱਤਾ ਜਦ ਧਰਮ ਦਾ ਵਾਸਤਾ ਪਾਇਆ। ਜੇ ਕਿਸੇ ਨੇ ਤੇ ਧਰਮ ਦੇ ਵਾਸਤੇ, ਤੇ ਜੇ ਮੈਂ ਉਹਨਾਂ ਦੀ ਗੱਲ ਨਹੀਂ ਮੰਨਦਾ, ਆਉਣ ਵਾਲੇ ਸਮੇਂ 'ਚ ਕਿਵੇਂ ਲੋਕੀ ਧਰਮ ਦੇ ਵਾਸਤੇ ਦੀ ਗੱਲ ਮੰਨ ਲੈਣਗੇ। ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹੀ ਹੁੰਦੀ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ, ਜਦੋਂ ਬੰਦਾ ਧਰਮ ਦਾ ਵਾਸਤਾ ਪਾ ਦੇਵੇ ਬੰਦਾ ਸਾਰਾ ਕੁਝ ਭੁੱਲ ਜਾਂਦਾ ਵੀ ਨਹੀਂ। ਇਹ ਤੋਂ ਵੱਡੀ ਹੋਰ ਗੱਲ ਕੀ ਰਹਿ ਗਈ। ਮਹਾਰਾਜ ਨੇ ਕਿਲਾ ਛੱਡਿਆ ਸਾਧ ਸੰਗਤ ਜੀ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਰਤੀਬ ਦੇ ਵਿੱਚ ਸਾਰਿਆਂ ਸਿੰਘਾਂ ਨੂੰ ਤੋਰਨ ਦਾ ਯਤਨ ਕੀਤਾ। ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ ਵੱਡੇ ਪੁੱਤਰ ਨੇ ਤੇ ਸਾਧ ਸੰਗਤ ਭਾਈ ਉਦੇ ਸਿੰਘ ਨਾਲ ਨੇ। ਵਿਚਕਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ, ਅੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਤੇ ਉਹਨਾਂ ਦੇ ਵੱਡੇ ਸਾਹਿਬ ਜਿਹੜਾ ਬਾਬਾ ਜੁਝਾਰ ਸਿੰਘ। ਇਸ ਤਰ੍ਹਾਂ ਜੋ ਤਰਤੀਬ ਬਣਾਈ ਹੋਈ ਤਾਂ ਕਿ ਜੇ ਪਿੱਛੋਂ ਹਮਲਾ ਹੋਵੇ ਤਾਂ ਵੀ ਮੇਰਾ ਪੁੱਤਰ ਨਾਲ ਹੋਵੇ ਸਿੰਘਾਂ ਦੇ, ਜੇ ਅਗਰੋਂ ਹਮਲਾ ਹੋਣ ਲੱਗਦਾ ਤੇ ਤਾਂ ਵੀ ਮੇਰਾ ਪੁੱਤਰ ਵਿੱਚ ਹੋਵੇ ਹਮਲੇ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਧ ਸੰਗਤ ਇਤਿਹਾਸ ਤੇ ਜੀਵਨ ਜਦੋਂ ਪੜ੍ਹਦੇ ਵੇਖਦੇ ਵਿਚਾਰਦੇ ਹਾਂ ਬੜੀ ਹੈਰਾਨਗੀ ਹੁੰਦੀ। ਇੰਨੀ ਦੂਰ ਅੰਦੇਸ਼ੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਖੈਰ ਮੈਂ ਸੰਖੇਪ ਗੱਲ ਕਰਨੀ, ਸਮਾਂ ਨਹੀਂ ਮੈਂ ਵਿਸਤਾਰ ਕਰ ਸਕਾਂ ਹਰ ਗੱਲ ਦਾ। ਸਾਧ ਸੰਗਤ ਜੀ ਸਰਸਾ ਤੇ ਆਉਂਦੇ ਨੇ ਤੇ ਉਥੋਂ ਸਾਨੂੰ ਪਤਾ ਵੀ ਪਰਿਵਾਰ 3 ਹਿੱਸਿਆਂ 'ਚ ਵੰਡਿਆ ਜਾਂਦਾ। 3 ਹਿੱਸਿਆਂ ਦਾ ਮਤਲਬ ਇਹ ਹੋ ਗਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਨਾਲ ਵੱਡੇ ਸਾਹਿਬਜ਼ਾਦੇ ਇਹ ਚਮਕੌਰ ਵਾਲੀ ਸਾਈਡ ਨੂੰ, ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਦੇ ਨਾਲ ਇਹ ਵੱਖਰੇ ਹੋ ਜਾਂਦੇ ਦਿੱਲੀ ਵਾਲੀ ਸਾਈਡ ਨੂੰ, ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਜਾਂ ਮਾਤਾ ਗੁਜਰੀ। ਜੇ ਸ਼ਬਦ ਮੈਂ ਗੁਜਰੀ ਜਾਂ ਗੁਜਰ ਕੌਰ ਵੀ ਵਰਤ ਦੇਵਾਂ ਤੇ ਮੈਨੂੰ ਮਾਫ ਕਰ ਦਿਓ, ਦੋਨੋਂ ਸ਼ਬਦ ਪ੍ਰਚਲਿਤ, ਦੋਨੇ ਸਤਿਕਾਰ ਵਾਲੇ ਸ਼ਬਦ ਨੇ। ਤੇ ਮੈਂ ਬੇਨਤੀ ਕਰ ਰਿਹਾ ਕਿ ਉਹ ਲੈ ਕੇ ਛੋਟੇ ਸਾਹਿਬਜ਼ਾਦੇ ਨੂੰ ਆਪਣੇ ਪੋਤਰਿਆਂ ਨੂੰ ਇੱਕ ਸਾਈਡ ਤੇ ਹੋ ਗਏ। ਅਸੀਂ ਪਹਿਲਾਂ ਵੱਡੇ ਸਾਹਿਬਜ਼ਾਦਿਆਂ ਦੀ ਗੱਲ ਸ਼ਹਾਦਤ ਦੀ ਗੱਲ ਕਰਾਂਗੇ ਕਿਉਂਕਿ ਉਹਨਾਂ ਦੀ ਸ਼ਹਾਦਤ ਪਹਿਲਾਂ ਹੈ, ਛੋਟਿਆਂ ਦੀ ਬਾਅਦ ਵਿੱਚ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ 'ਚ ਪ੍ਰਵੇਸ਼ ਕਰਦੇ ਨੇ। ਮਹਾਰਾਜ ਦੇ ਨਾਲ ਅਸੀਂ ਕਹਿ ਲਈਏ ਕਿ ਕੁੱਲ 43 ਗੁਰੂ ਗੋਬਿੰਦ ਸਿੰਘ ਜੀ ਸਮੇਤ ਜੋ ਮੰਨਿਆ ਜਾਂਦਾ ਹੈ ਇਸ ਗੜੀ ਅੰਦਰ ਪ੍ਰਵੇਸ਼ ਕਰਦੇ, ਜਿਹਦੇ ਵਿੱਚ ਵੱਡੇ ਸਾਹਿਬਜ਼ਾਦੇ ਵੀ ਨਾਲ ਨੇ। ਜਦੋਂ ਸਤਿਗੁਰੂ ਮਹਾਰਾਜ ਜੀ ਸ਼ਾਮ ਦੇ ਵਕਤ ਪਹੁੰਚਦੇ ਨੇ ਤੇ ਜੋਗੀ ਅੱਲਾ ਯਾਰ ਖਾਂ ਦੀ ਲਿਖਤ ਹਰ ਵਿਦਵਾਨ ਨੂੰ ਕੋਟ ਕਰਦਾ ਹੈ, ਕਿਉਂਕਿ ਜਿਹੜੀ ਭਾਵਨਾ ਸਹਿਤ ਉਹਨੇ ਸ਼ਬਦ ਕਹੇ ਨੇ ਉਹਦੀ ਉਡਾਰੀ ਹੈ। ਤੇ ਕੱਲੀ ਉਡਾਰੀ ਨਹੀਂ, ਸੱਚਮੁੱਚ ਉਹ ਇੰਨਾ ਅੰਦਰੋਂ ਜੁੜਿਆ ਹੋਇਆ ਵਿਅਕਤੀ ਹੈ। ਉਹਦੀ ਤੁਸੀਂ ਜਦੋਂ ਲਿਖਤ ਨੂੰ ਪੜ੍ਹਦੇ ਹੋ, ਬੋਲਦੇ ਹੋ, ਸੁਣਦੇ ਹੋ, ਸੱਚਮੁੱਚ ਮਨ ਤੇ ਪ੍ਰਭਾਵ ਪਾਉਂਦੀ ਹੈ। ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਲਿਖਦਾ ਜੋਗੀ ਅੱਲਾ ਯਾਰ ਖਾਂ ਕਿ ਸ਼ਾਮ ਦਾ ਜਦੋਂ ਵਕਤ ਹੋਇਆ ਮਹਾਰਾਜ ਇੱਥੇ ਪਹੁੰਚ ਗਏ, ਦੀਵਾਨ ਸਜਿਆ, ਰਹਿਰਾਸ ਸਾਹਿਬ ਦਾ ਪਾਠ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੰਘਾਂ ਨੂੰ ਕਿਹਾ ਤੁਸੀਂ ਆਰਾਮ ਕਰੋ, ਅੱਜ ਪਹਿਰੇ ਤੇ ਮੈਂ ਆਵਾਂਗਾ। ਚਮਕੌਰ ਸਾਹਿਬ ਦੇ 2 ਭਰਾ ਸਨ, ਮਦਨ ਸਿੰਘ ਤੇ ਕਾਠਾ ਸਿੰਘ। ਉਹ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਲੈ ਕੇ ਰਾਤ ਦੇ ਇਸ ਸਾਧ ਸੰਗਤ ਜੀ ਇਉਂ ਕਹਿ ਲਓ ਪਹਿਰੇ ਦੇ ਉੱਤੇ ਮਹਾਰਾਜ ਦੇ ਨਾਲ ਸੇਵਾ ਵਾਸਤੇ ਉਹ ਵੀ ਜੁਟ ਗਏ। ਜੋਗੀ ਅੱਲਾ ਯਾਰ ਖਾਂ ਕਹਿੰਦਾ ਹੈ ਕਿ ਅੱਧੀ ਕੁ ਰਾਤ ਦਾ ਸਮਾਂ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਂ ਦੇ ਕੋਲ ਆਉਂਦੇ ਨੇ। ਉਹਦੀ ਲਿਖਤ ਹੈ ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੈਂ, कदमों में टहलते थे मगर दिल था दुआ में,
वो कह रहे सर करतार को गोया गोया रूबरू होकर कल जाऊंगा मैं चमकौर से सुरखरू होकर। मैं संखेप जी गल करनी है, वार्तालाप तो बहुत लंबी उन्हें लिखी है, ਉਹਦੇ ਵਿੱਚੋਂ मैं लै रहा। वो फिर कहता जो सतगुरु महाराज जी ਸਿੰਘਾਂ ਦੇ ਕੋਲੇ ਜਾਂਦੇ ਆ, ਉਹਨਾਂ ਦੀ ਦਸਤਾਰ ਕੰਗੇ ਕੇਸ ਨੂੰ ਸਹੀ ਕਰਦੇ ਆ, ਇਹ ਉਹਦੀ ਉਡਾਰੀ है जोगी दी। वो लिखता है कि साफे कभी सिंहों के उठाते थे जबी से, केस जो झाड़े उनके तो ली खाक जबी से, चूमा हलकूम दहन चूमने बैठे, जब पैंती आए तो चरण चूमने बैठे। ਇਹਦੇ अर्थ ਇਹ बन गए कि महाराज दस्तारियां ਨੂੰ ठीक करते हैं, गले ਨੂੰ चुमते हैं, मस्तक ਨੂੰ चुमते हैं, पैरों वाले बन्ने आते हैं, तो ਸਿੰਘਾਂ ਦੇ ਜਿਹੜੇ खून ਦੇ ਨਾਲ पैर ਲੱਤ-ਪੱਤ ਹੋਏ ਪਏ ਨੇ, गुरु ਉਹਨਾਂ ਨੂੰ ਸਾਫ਼ करता है। सतगुरु गुरु गोबिंद सिंह महाराज जी फिर पुत्रां कोले जाते, बाबा अजीत सिंह जुझार सिंह कोले। दोनों भरा गल वकड़ी विच पा के आराम कर रहे सन, सौ रहे सन, ते गुरु गोबिंद सिंह महाराज जी उन्हां दे कोले जाके कहंदे ने फरमाते थे कल दोनों ही परवान चढ़ोगे, दुख भोगेंगे हम खुल्द में तुम चैन करोगे, होते ही शहर दाग जदाई हमें दोगे, सपने में आके खबर कभी बाप की लोगे। ऐ मेरे अजीत ऐ मेरे जुझार प्यारे, हम कहते हैं तुम सुनते हो दिलदार प्यारे। ये बड़ी लंबी चौड़ी वार्तालाप है। फिर कहते हैं कि सतगुरु गुरु गोबिंद सिंह महाराज जी इस तरह रात का वक्त लंघता, दिन का चढ़ाव जाता है। इधर 10 लाख का मलखैया जिन्हें घेरा पाया हुआ चमकौर की गढ़ी नूं, सतगुरु महाराज जी दे कोलों भाई हिम्मत सिंह आग्या लैके तुरदे ने मैदाने जंग विच। महाराज 5 सिंह दे के भाई हिम्मत सिंह नूं तोड़दे, जथा जांदा शहादत का जाम पी रहा है। संखेप कर लगा गल तां मैं थोड़ा जिहा विचों विचों छड्ड रहा गल नूं। साध संगत जी ये जथा जांदा शहीद हो जाता है, फिर दूसरा जथा जांदा सतगुरु की आग्या लैके शहीद हो जाता है, फिर तीसरा जथा भी जाता है तो शहादत का जाम पी जा। 3 जथे कह लो 15 सिंह शहीद हो जाते हैं। धन गुरु गोबिंद सिंह महाराज जी के बड़े साहिबजादे बाबा अजीत सिंह सतगुरु के सन्मुख आउंदे ने ते आग्या मंगते ने, पिता जी भरा शहीद हो गए ने, मैनू भी आग्या दो मैदाने जंग विच जाण दी। धन गुरु गोबिंद सिंह सच्चे पातशाह महाराज जी तैयार करके अपने बड़े साहिबजादे बाबा अजीत सिंह नूं महाराज मैदाने जंग विच तोड़ते ने। बाबा अजीत सिंह शहादत का जाम पी जाते हैं। उस तो बाद साध संगत जी सतगुरु गुरु गोबिंद सिंह महाराज जी के सन्मुख उन्होंने दूसरे पुत्र बाबा जुझार सिंह आके खड़ जाते हैं। उन्होंने कहा पिता जी भरा शहीद हो गया, मैनू भी आग्या दो मैं मैदाने जंग में जाके शहादत का जाम पी जावां। साध संगत जरा सुरत बना के वेखो, 2 छोटे साहिबजादे गुरु महाराज के पुत्र, उन्हों का पता कोई नहीं, गुरु नहीं मैं कह रहा पता कोई नहीं, गुरु तो सर्व कला सम्राट जानी जाना है। मैं सिर्फ शब्द वरतन वास्ते कह रहे हैं कि महाराज उन्होंने 2 पुत्र जेडे छोटे विछड़ गए ने, माता जी विछड़ गए, एक बड़ा पुत्र शहीद हो गया, एक पुत्र उन सामने गुरु महाराज ने खड़ा। गुरु दे उस वेले ते कोल इको ही पुत्र है ना, एक शहादत का जाम पी गया। सतगुरु गुरु गोबिंद सिंह महाराज जी तो आग्या मंगदा मैदाने जंग विच जाण दी, ते गुरु गोबिंद सिंह सच्चे पातशाह महाराज जी तैयार करते हैं अपने छोटे पुत्र बाबा अजीत सिंह तो बाद बाबा जुझार सिंह दूजे नंबर वाले महाराज नूं तैयार करते हैं। तैयार करके महाराज इस गढ़ी विचों आप गुरु गोबिंद सिंह सच्चे पातशाह महाराज जी तोड़ते हैं। ते जोगी अल्लाह यार का कहंदा गुरु गोबिंद सिंह महाराज जी ने अपने पुत्र नूं तोड़ लग्या जो शब्द कहे, वो कहते सन बेटा तुम ही हो धर्म के बेड़े के खवैया, सर भेंट करो ताकि चले धर्म की नैया, ले दे के ते बचे गुलशन के बकैया, लो जाओ राह तकते हैं खुद के भैया, तेरा भरा तेरा दादा तेनों गोद विच लैण लई उड़ीक कर रहा है। फिर सतगुरु महाराज जी नूं पुछदा बाबा जुझार सिंह पिता जी कोई होर जांदियां होया बचन, कोई दिल की गल कहनी चाहती होवो, ते जोगी अल्लाह यार खां कहंदा गुरु गोबिंद सिंह ने कहा हाँ खाश है तुझे तेग चलाते हुए देखो पुत्रा, मैनू खाश है इस गल दी, मैं अपनी अखां दे सामने तेनू तेग चढ़ाउंदे होया वेखां, हम आंख से तुझे बरछी खाते हुए देखो। ये छोटी गल नहीं है। गुरु गोबिंद सिंह अपने पुत्र नूं कहंदे मैं तेनू बरछी खांदे अपनी अखां नाल वेखा। बाबा जुझार सिंह जांदे आ मैदाने जंग विच शहादत दा जाम पी जांदे आ। सुण सिंह शीतल जी कहंदे ने, वो कहंदे हथ हस शहीदी पा गया जद वीर छपेरा, वड्डा भाई लै गया उंगली ला के लै गया वीर वडेरा, पुरजा पुरजा वो कहंदा हो गया। बाबा जुझार सिंह का जिक्र करता है कि वो टुकड़े टुकड़े हो गया गुरु गोबिंद सिंह का पुत्र, तो लिखता है तेरा तुझको सौंप दे क्या लागे मेरा, वाह गुरु गोबिंद सिंह वाह जेरा तेरा। धन गुरु गोबिंद सिंह महाराज जी तेरा जेरा
तेरे वर्गा जिगरा ते जेरा किहदा हो सकता है। गुरु गोबिंद सिंह सच्चे पातशाह महाराज जी की आग्ञा लैके बाबा जुझार सिंह जाते हैं मैदाने जंग में शहादत का जाम पी जाते हैं। साध संगत जी इत्थे गढ़ी विचों सतगुरु महाराज जी तैयारी कर लगते हैं मैदाने जंग में जान की। असीं सब जानते हैं कि उत्थे उस वेले फिर जो सिंघां दा फैसला होया कि महाराज तुसीं गढ़ी नूं छड्ड के जाना है। गुरु गोबिंद सिंह सच्चे पातशाह महाराज जी भाई मान सिंह धर्म सिंह इन्हां नूं दया सिंह नूं महाराज नाल लैके ਇਹ ਚਮਕੌਰ ਦੀ ਗੜੀ ਨੂੰ ਮਹਾਰਾਜ ਛੱਡਦੇ ਨੇ। ਅਸੀਂ ਸਾਰੇ ਜਾਣਦੇ ਕਿ ਮਹਾਰਾਜ ਹਿੰਦੇ ਪੀਰ ਕਹਿ ਕੇ ਤਾੜੀ ਮਾਰ ਕੇ ਗੁਰੂ ਗੋਬਿੰਦ ਸਿੰਘ ਜੀ ਗਏ ਨੇ। ਤੇ ਯਾਦ ਰੱਖਿਓ ਇਹ ਜਿਹੜਾ ਤਾੜੀ ਸ਼ਬਦ ਵੀ ਹੈ ਨਾ, ਇਹ ਤਾੜੀ ਸ਼ਬਦ ਦੇ ਵਿੱਚ ਵੀ ਬੜੀ ਵੱਡੀ ਰਮਜ਼ ਜੇ। ਤਾੜੀ ਭਲਾ ਕਦੋਂ ਕੋਈ ਮਾਰਦਾ ਹੈ? ਗਮੀ 'ਚ ਤਾੜੀ ਨਹੀਂ ਵੱਜਦੀ ਹੁੰਦੀ ਕਦੀ ਵੀ। ਸੋਗ ਦੀ ਗੱਲ ਤੇ ਕਦੀ ਤਾੜੀ ਨਹੀਂ ਵੱਜਦੀ ਹੁੰਦੀ। ਗਮੀ ਦੀ ਗੱਲ ਤੇ ਕਦੀ ਤਾੜੀ ਨਹੀਂ ਵੱਜਦੀ ਹੁੰਦੀ। ਦੁੱਖ ਵਿੱਚ ਕਦੀ ਤਾੜੀ ਨਹੀਂ ਵੱਜਦੀ ਹੁੰਦੀ। ਤਾੜੀਆਂ ਹਮੇਸ਼ਾ ਜਿੱਤਾਂ ਵਾਲਿਆਂ ਦੀਆਂ ਵੱਜਦੀਆਂ ਹੁੰਦੀਆਂ ਨੇ। ਤਾੜੀਆਂ ਹਮੇਸ਼ਾ ਖੁਸ਼ੀ ਵਾਲਿਆਂ ਦੀਆਂ ਵੱਜਦੀਆਂ ਹੁੰਦੀਆਂ ਨੇ। ਗੁਰੂ ਗੋਬਿੰਦ ਸਿੰਘ ਦੀ ਚਮਕੌਰ ਦੇ ਗੜੀ ਚੋਂ ਜਾਣ ਵਾਲੀ ਤਾੜੀ ਵਜਾਉਣਾ ਵੀ ਇੱਕ ਉਸ ਵੇਲੇ ਦੀ ਹਕੂਮਤ ਨੂੰ ਚੈਲੰਜ ਸੀ ਕਿ ਤੁਸੀਂ ਮੈਨੂੰ ਕਹਿੰਦੇ ਹੋ ਸ਼ਾਇਦ ਗੁਰੂ ਗੋਬਿੰਦ ਸਿੰਘ ਝੁਕ ਜਾਏਗਾ, ਉਹਦੇ ਪੁੱਤਰ ਮਾਰ ਕੇ ਸਿੰਘ ਮਾਰ ਕੇ ਝੁਕਾ ਲਵਾਂਗਾ। ਮਹਾਰਾਜ ਕਹਿੰਦੇ ਮੈਂ ਕਿਲੇ ਵਿੱਚ ਗੜੀ ਵਿੱਚੋਂ ਵੀ ਜੇ ਜਾ ਰਿਹਾ ਤੇ ਜੇਤੂ ਹੋ ਕੇ ਜਾ ਰਿਹਾ ਹਾਂ। ਇਹ ਵੀ ਬੜੀ ਵੱਡੀ ਇਹਦੇ ਵਿੱਚ ਮਹਾਰਾਜ ਗੁਰੂ ਦੀ ਹਰ ਗੱਲ ਵਿੱਚ ਰਮਜ ਹੀ ਰਮਜ ਹੁੰਦੀ ਹੈ। ਸਾਧ ਸੰਗਤ ਉਹ ਸਾਨੂੰ ਸਮਝ ਨਹੀਂ ਆਉਂਦੀ। ਮਹਾਰਾਜ ਇੱਥੋਂ ਨਿਕਲਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੰਘ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀ ਬੜੇ ਆ ਜਾਂਦੇ। ਇੱਥੋਂ ਤੱਕ ਆਪਾਂ ਇਤਿਹਾਸ ਰਹਿਣ ਦੀਏ ਵੱਡੇ ਸਾਹਿਬਜ਼ਾਦਿਆਂ ਦਾ, ਕਿਉਂਕਿ ਸਮਾਂ ਥੋੜਾ ਤੇ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਵੀ ਕਰਨਾ ਹੈ। ਇਸੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਹਾਰਾਜ ਚਮਕੌਰ ਦੀ ਗੜੀ ਛੱਡਦੇ ਆ ਤੇ ਮਾਛੀ ਬਾੜੇ ਨੂੰ ਸਤਿਗੁਰੂ ਮਹਾਰਾਜ ਜੀ ਆ ਜਾਂਦੇ ਆ। ਇੱਥੇ ਚਲੋ ਥੋੜਾ ਜਿਹਾ ਜ਼ਿਕਰ ਕਰ ਜਾਵਾਂ। ਮੇਰੇ ਖਿਆਲ ਵਿੱਚ ਆ ਗਈ ਕਿ 4 ਸਫਰਾਂ ਆ ਗਈਆਂ ਉਹ ਬੜੀਆਂ ਭਾਵਪੂਰਤ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਸਿੰਘਾਂ ਨੂੰ ਪਿਆਰ ਕਿੰਨਾ ਕਰਦੇ ਆ, ਪ੍ਰੇਮ ਕਿੰਨਾ ਕਰਦੇ, ਪੁੱਤਾਂ ਤੋਂ ਵੱਧ ਪਿਆਰ ਕਿੰਨਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਬੜੀ ਲੰਮੀ ਕਵਿਤਾ ਮੈਂ ਵਿੱਚੋਂ ਉਹਦੇ ਥੋੜੇ ਜਿਹੇ ਬੰਦ ਕਹਿਣੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜਾ ਰਹੇ ਗੜੀ ਵਿੱਚੋਂ ਤੇ ਭਾਈ ਦਇਆ ਸਿੰਘ ਜੀ ਨੇ ਵੇਖਿਆ ਅਗਲੇ ਬੰਨੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਸਰੀਰ ਪਏ ਹੋਏ ਨੇ। ਉਹ ਰੁਕ ਗਿਆ ਉੱਥੇ ਤੇ ਗੁਰੂ ਗੋਬਿੰਦ ਸਿੰਘ ਪੁੱਛਦੇ ਨੇ ਦਇਆ ਸਿੰਘਾ ਰੁਕਿਆ ਕਿਉਂ? ਉਹਨੇ ਕਿਹਾ ਮਹਾਰਾਜ ਅਜੀਤ ਸਿੰਘ ਜੁਝਾਰ ਸਿੰਘ ਦੇ ਸਰੀਰ ਪਏ ਨੇ, ਲਾਸ਼ਾਂ ਪਈਆਂ ਨੇ। ਮਹਾਰਾਜ ਮੇਰੇ ਚਿੱਤ 'ਚ ਆਇਆ, ਮੇਰੇ ਖਿਆਲ ਵਿੱਚ ਆਇਆ ਮੈਂ ਇਹਨਾਂ ਦੇ ਤਨ ਢੱਕ ਦਿਆਂ, ਇਹਨਾਂ ਦੇ ਉੱਤੇ ਕੱਪੜ ਪਾ ਦਿਆਂ, ਕੱਪੜਾ ਪਾ ਦਿਆਂ। ਉੱਥੇ ਇੱਕ ਕਵੀ ਨੇ ਬੜੀ ਲੰਮੀ ਕਵਿਤਾ ਕਹੀ, ਤੁਸੀਂ ਕਈ ਵਾਰ ਨੈਟ ਤੇ ਸੁਣੀ ਹੋਵੇਗੀ। ਮੈਂ ਉਹਦੇ ਵਿੱਚੋਂ ਕੁਝ ਸਤਰਾਂ ਕਹਿਣ ਲੱਗਿਆ। ਉਹ ਕਹਿੰਦਾ ਹੈ ਕਿ ਬੱਦਲਾਂ 'ਚ ਬਿਜਲੀ ਝਮੱਕੇ ਸੀਗੀ ਮਾਰਦੀ ਹੋਈ ਰਸ਼ਨਾਈ ਜਾਂ ਸੁਨਹਿਰੀ ਜਈ ਤਾਰ ਦੀ, ਦਇਆ ਸਿੰਘ ਵੱਲੇ ਨਿਗਾਹ ਗਈ ਜਾਂ ਦਤਾਰ ਦੀ। ਪੱਟਾਂ ਉੱਤੇ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ। ਵੇਖ ਕੇ ਜੁਝਾਰ ਤਾਈ ਕਿਉਂ ਪੈਰ ਖਿਸਕਾ ਲਿਆ, ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਹੀਂ ਲਾ ਰਿਆ। ਲੱਗਾ ਹੋਇਆ ਪਾਤਸ਼ਾਹ ਤੋਂ ਪਿਛੇ ਕਿਹੜੀ ਗੱਲ ਦੇ, ਪੁੱਤਰਾਂ ਦੀ ਪੀੜ ਤਾਂ ਪੰਖੇ ਨੂੰ ਵੀ ਨਹੀਂ ਝੱਲਦੇ। ਜੀ ਚਾਹੁੰਦਾ ਤੇ ਕੁਝ ਪਿਆਰ ਜਤਲਾ ਦਿਆ, ਨਿਭਾਈ ਦੀ ਅਖੀਰ ਜਿਹੜੀ ਉਹ ਰਸਮ ਨਿਭਾ ਦਿਆ। ਪੱਗ ਲਾ ਕੇ ਸੀਸ ਦੀ ਤੋਂ ਟੋਟ ਕੇ ਬਣਾ ਦਿਆ, ਅੱਧੀ ਅੱਧੀ ਦੋਵਾਂ ਦੇ ਸਰੀਰਾਂ ਉੱਤੇ ਪਾ ਦਿਆ। ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ, ਪਰ ਕਫਨੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ। ਉਹ ਬੜੀ ਲੰਮੀ ਵਾਰਤਾਲਾਪ ਹੈ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਅੱਗੋਂ ਜਵਾਬ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕੇ, ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ। ਵੇਖ ਲੈ ਮੈਦਾਨ ਵਿੱਚ ਨਿਗਾਹ ਜਰਾ ਮਾਰ ਕੇ, ਸਿੰਘ ਵੀ ਸ਼ਹੀਦ ਕਿਨੇ ਹੋਏ ਜਾਨਾਂ ਮਾਰ ਕੇ। ਇਹ ਵੀ ਮਾਪਿਆਂ ਦੇ ਪਿਆਰੇ, ਮਾਪਿਆਂ ਦੇ ਇਹਨਾਂ ਦੇ ਵੀ ਤਾਂ ਮਾਂ-ਬਾਪ ਨੇ ਜਿਨ੍ਹਾਂ ਦੇ ਜਿਹੜੇ ਮੈਦਾਨੀ ਜੰਗ ਵਿੱਚ ਪਏ ਨੇ। ਦੇਖ ਲੈ ਮਹਾਰਾਜ ਕਹਿੰਦੇ ਨੇ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ। ਜਦ ਤੱਕ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਦਇਆ ਸਿੰਘ ਜੀ ਇਹ ਕਿੱਦਾਂ ਹੋ ਸਕਦਾ ਮੈਂ ਅੱਜ ਬਖਰੇਵਾ ਪਾ ਦਿਆ ਕਿ ਪੁੱਤਰ ਹੋਰ ਤੇ ਸਿੰਘ ਹੋਰ ਸਮਝੇ। ਕੋਈ ਇਹ ਨਾ ਮੈਨੂੰ ਸੰਸਾਰ ਵਿੱਚ ਆ ਕੇ ਆਖੇ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤ ਹੋਰ ਤੇ ਸਿੰਘ ਹੋਰ ਸਮਝੇ। ਮੈਂ ਇਹ ਨਹੀਂ ਅਖਵਾ ਸਕਦਾ। ਜੇ ਤੇਰਾ ਜੀ ਕਰਦਾ ਪਹਿਲਾਂ ਬਾਕੀ ਦੇ ਸਾਰੇ ਸਿੰਘਾਂ ਦੇ ਤਨ ਢੱਕ ਗਿਆ, ਜੇ ਵੱਧ ਗਿਆ ਕੱਪੜਾ ਮੇਰੇ ਪੁੱਤਰਾਂ ਤੇ ਵੀ ਪਾ ਦੇ। ਇਹ ਮੈਂ ਕਹਿ ਰਿਹਾ ਤੇ ਤੁਸੀਂ ਸੁਣ ਰਹੇ ਹੋ, ਪਰ ਜਿਹੜਾ ਉਸ ਨੂੰ ਸੁਰਤ 'ਚ ਲਿਆ ਕੇ ਦੇਖੋਗਾ ਭਲਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜ਼ਿਕਰ ਕਰ ਰਹੇ ਅਸੀਂ, ਜਿਹੜਾ ਆਪਣੇ ਪੁੱਤਰਾਂ ਦੀਆਂ ਲਾਸ਼ਾਂ 'ਚੋਂ ਉੱਤੋਂ ਨਿਕਲ ਕੇ ਆ ਰਿਹਾ, ਕੋਲੋਂ ਨਿਕਲ ਕੇ ਆ ਰਿਹਾ, ਵੇਖ ਨਹੀਂ ਰਿਹਾ। ਉਹ ਢਾਬ ਤੇ ਆ ਕੇ ਜਦੋਂ ਅਸੀਂ ਜ਼ਿਕਰ ਕਰਦੇ ਆ ਜਿਹੜੇ 40 ਮੁਕਤਿਆਂ ਦਾ, ਉੱਥੇ ਗੁਰੂ ਹੱਥੀਂ ਸੰਸਕਾਰ ਕਰਦਾ ਉਹਨਾਂ ਦਾ।
उन्होंने वाड़ दिंदा है महाराज 10,000 5,000 15,000 20,000 उन्होंने हथी संस्कार गुरु कर रहा है। दूसरे बने पुत्रां दी लाशां कोलों लंघ के आ जाना। खैर आओ छोटे साहिबजादियां दी शहादत संक्षेप शब्द कह रहे हैं कि जदों साध संगत जी माता गुजरी जी ते छोटे साहिबजादे ये विछड़ जाते हैं परिवार के नाल। इन्हां नूं एक कुल्ली विच रहण दी एक रात का समा मिलता है। कुम्मा माशकी उहदा नाम है। मैं उन्हां विद्वानां तो उन्हां लखारियां तो बलिहार जांदा हां जिन्हां ने खोजा कर करके साडे सामने नवीं तो नवीं खोज लिया रहे हैं। उन्हां दा भी बहुत बहुत धन्नवाद। एक कुम्मे माशकी की गल सिर्फ इन्नी जानते सन कि उन्हें एक रात माता जी ने इत्थे रखिया अपने घर रखिया। इन्नी विद्वानां ने खोज कर ली इहदे ते कि कुम्मा माशकी पहला हिंदू सी बाद विच इह जिहड़ा डरदा मारिया होया मुसलमान बन गया सी। माशकी दा मतलब सी मशक दे नाल पानी पिलाउंदा ते दरिया तो लोकां नूं पार करन दा काम करदा सी। बाबा बंदा सिंह बहादुर नूं जदों मिलिया ते उन्हां अमृत छक के करम सिंह बनिया है। बाबा बंदा सिंह बहादुर तो बाद करम सिंह ते बाबा बंदा सिंह बहादुर दे नाल शहादतां दे विच इन्ने भी शहादत दा जाम पीता। इहो कुम्मा माशकी है जिहदे ते इन्नी गुरु दी कृपा होई। खैर मैं जिहड़ी बेनती कर रहा रात का वक्त है। साध संगत जी उस झुग्गी दे विच कुल्ली च आके माता जी ठहरदे ने। पुछदा तुसीं इहनूं पता नहीं भी कौन है। पुछदा तुसीं कौन हो। माता जी दस्सिया मैं गुरु गोबिंद सिंह जी दी मां हां। ये मेरे पोतरे ने। तुसीं देखो भी मैं पहला जिक्र किया गुरमुखो असीं पत्थर नहीं हाँ। जदों मां गुजरी आके उसके घर विच आई होगी छोटे साहिबजादे भावना शायद उस बंदे दियां धाहां ते जरूर निकलियां होईयां कि वो गुरु गोबिंद सिंह जिहड़ा बादशाह दरवेश गुरु गोबिंद सिंह जिहदे बारे शहनशाह दा शहनशाह गुरु गोबिंद सिंह वो सतगुरु गुरु कलगियां वाला पातशाह ते अज उहदी माता दे मां दा माता जी का यह हाल भी अज एक रहन वास्ते वो मैनू कह रही है कि एक रात रहन की जगह मिल जाएगी जिन्हों के सिरां ते चौर झोले छतर झोले जिन्हों के किसी गल की कोई घाट नहीं तोड़ नहीं। अज वो गुरु गोबिंद सिंह के पुत्र ते माता जी उस कुल्ली विच एक रात रहन लई कह रहे हैं। वो उन्हें रात रखिया। लक्ष्मी माई का जिक्र आता है। उहदे कोले गया कुम्मा माशकी। उन्हें कहा भी प्रशादा बना के तैयार कर दे मैं लैके जाना। प्रशादा लैके आई। पुछया भी किहदे वास्ते खड़ना। जो दसिया तो माता कहती मैं भी दर्शन करने। उस माई ने यह भी बाबा बंदा सिंह बहादुर नूं मिली है। तो उन्हें बाबा बंदा सिंह बहादुर उन्होंने बड़ा मान किया इन्हां दा। जो सरहंद आए तो साध संगत जी इन्होंने इनाम दिता सी ते इन्हां दा संगत विच बड़ा मान सन्मान किया सी ते संगत नूं दस्सिया सी भी वो ने जिन्हां ने एडी औखी घड़ी के टाइम ते साडा साथ दिता है। बेनती कर रहे हैं कि साध संगत जदों उस कुम्मे माशकी के घर विच माता जी ठहरे ने उन्होंने रोटी पानी प्रशादा माता लक्ष्मी ने लिया के छकाया। अगले दिन इस गल का पता गंगू नूं लग्या है। वो भी पैर नपदा नपदा आ गया इस कुम्मे माशकी की उस कुटिया च। माता जी नूं ते साहिबजादे नूं अपने घर ले जाण वास्ते उन्हें कहा। माता जी दे इहो कह लो कि चलो मैं ये शब्द वरत रहा सिर्फ मैं ये वरत रहा सिर्फ बाहरी तौर पर मैं कथा करने वास्ते शब्द वरत रहा। पर मेरी गल ये नहीं कि माता जी नूं कोई ज्ञान ते समझ ते सोझी नहीं कुछ मैं ये नहीं शब्द वरत रहा। सिर्फ कथा करने वास्ते शब्द वरतने पैंदे आ कि माता जी ने उस वेले खुशी मनाई होएगी कि वो मिल गया जिन्होंने सच असीं जानते हैं जिहड़ा साडे घर विच रहा है लंबे समय तो साडे कोल रहा ते साडे परिवार नूं चंगी तरह जानदा है जिन्हां दी खातर मेरा सिर दा साईं अपना शीश दे गया। अज वो मिल गया तो माता जी नूं तां खुशी होई होएगी ना। गंगा मिल गया है। माता जी ने कहा अपना अपना मिल गया सानूं ते साहिबजादियां भरे हुए मन विच कहा जे उन्हें कहा अपना मिले तो मतलब परिवार मिल जाएगा पिता जी मिल जाएंगे भरा मिला देगा सानू। इस गल का नहीं पता दुष्ट ने वो कुछ कर देना जो अज कालक मत्थे ते खट लैनी है जिन्होंने अपना समझिया उस अपने ने वो कैर कमायल रही दुनिया तक ये मत्थे का कलंक कभी मिट नहीं सकना। माता जी बच्चे समझते सन कि सानू पिता जी मिला देगा अपना मिल पाया अपना घरे लैके आया। रात को जो रोटी दी वो रोटी दूना सिंह हंडूरिया कहता है वो कहता इहो जी रोटी सी जिहड़ी कां ते कुत्ते भी नहीं खा सकते। वो रोटी लिया के माता जी सामने रखती। माता ने कहा गंगिया आ की वो छोटे बच्चे ने इन्हां वास्ते तो रोटी केड़ी बना के लिया ये दस मन पहले ही पापी ते बेईमान हो चुकिया सी। माता जी भावें जान रहे सन पर उन्होंने इसका पता सी भी इन्ना कहर कमा देगा। साध संगत जी वो रोटी जो साहिबजादे के सामने रखी नहीं खाधी गई। माता जी ने कहा गंगिया कुछ होर लिया के दे। विद्वान कहते ने पतासे लिया के उस पतासिया घोल के वही पी ले। रोटी नहीं उधर रात नसीब हुई गंगू के घर जिन्होंने अपना कहा सी घर रोटी नहीं मिली।
रात ਨੂੰ ਨੇ ਮੋਹਰਾਂ ਦੀ ਖੁਰਜੀ ਚੁੱਕ ਲਈ। दिन का चढ़ाव ਹੁੰਦਾ, ਹੋਰ ਸੰਖੇਪ ਗੱਲ ਕਰਾਂ, दिन का चढ़ाव ਹੁੰਦਾ। ਮਾਤਾ ਜੀ ਉਸ ਮੋਹਰਾਂ ਦੀ ਖੁਰਜੀ ਬਾਰੇ ਸੁਭਾਵਕ ਗੱਲ ਕਰਦੇ ਨੇ, ਗੰਗਿਆ ਕੋਈ ਰਾਤ ਆਇਆ ਲੱਗਦਾ ਖੁਰਜੀ ਮੋਹਰਾਂ ਦੀ ਲੈ ਗਿਆ ਹੈ, ਤੇ ਚੋਰ ਨਾ ਆਇਆ ਹੋਵੇ ਜਿਹਨੂੰ ਜਿਹੜਾ ਖੁਰਜੀ ਲਿਜਾ ਸਕਦਾ, ਉਹਨੂੰ ਸਾਡਾ ਵੀ ਪਤਾ ਹੋਏਗਾ ਕਿ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਉਹਦੇ ਸਾਹਿਬਜ਼ਾਦੇ ਨੇ, ਸਾਨੂੰ ਪਤਾ ਕਰਨਾ ਚਾਹੀਦਾ ਕੌਣ ਆਇਆ ਸੀ। ਇਹ ਕੋਠੇ ਤੇ ਚੜ ਗਿਆ ਪਾਪੀ ਬੰਦਾ, ਇਹਨੇ ਰੌਲਾ ਪਾਉਣਾ ਸ਼ੁਰੂ ਕਰਤਾ। ਮਾਤਾ ਜੀ ਨੇ ਬੜਾ ਰੋਕਿਆ, ਪਰ ਇਹ ਲਾਲਚ ਵਾਸੇ ਦੇ ਅੰਦਰ ਜਿਹੜਾ ਕੁੱਤਾ ਬੋਲਦਾ ਪਿਆ ਸੀ, ਉਹਨੇ ਇਹਦੀ ਮੱਤ ਇੰਨੀ ਮਾਰ ਦਿੱਤੀ। ਇਹ ਪਿੰਡ ਦਾ ਚੌਧਰੀ ਨਾਲ ਲੈ ਕੇ ਮੋਰਿੰਡੇ ਥਾਣੇ ਚਲਿਆ ਗਿਆ। ਉੱਥੋਂ 2 ਸਿਪਾਹੀ ਆਉਂਦੇ, ਜਾਨੀ ਖਾਂ ਮਾਨੀ ਖਾਂ ਸਿਪਾਹੀਆਂ ਨੂੰ ਲੈ ਕੇ ਆਉਂਦਾ। 200 ਰੁਪਈਆ ਨੂੰ ਇਨਾਮ ਮਿਲਿਆ। ਚਲੋ ਅਸੀਂ ਅੱਜ ਕਹਾਂਗੇ ਕੀ ਹੁੰਦਾ 200 ਰੁਪਈਆ, ਪਰ ਜਿਹੜੇ ਸਮਿਆਂ ਦੀ ਗੱਲ ਆਪਾਂ ਕਰ ਰਹੇ ਉਹਨਾਂ ਟਾਈਮਾਂ 'ਚ ਤੁਸੀਂ ਦੇਖ ਲਓ ਕਿ 200 ਰੁਪਈਆ ਕਿੱਡੀ ਵੱਡੀ ਗੱਲ ਹੋਵੇਗੀ। 200 ਰੁਪਈਆ ਇਸ ਬੰਦੇ ਨੂੰ ਮਿਲਿਆ ਸਾਹਿਬਜ਼ਾਦੇ ਨੂੰ ਤੇ ਮਾਤਾ ਜੀ ਨੂੰ ਫੜਾਉਣ ਦਾ। ਜਿਹੜਾ ਮਾਤਾ ਜੀ ਕੋਲੇ ਖੁਰਜੀ ਸੀ ਉਹ ਬਾਅਦ ਵਿੱਚ ਨੂੰ ਮਿਲੀ ਹੀ ਨਾ ਪਾਇਆ, ਮੱਤ ਮਾਰੀ ਗਈ, ਪਤਾ ਨਹੀਂ ਲੱਗਿਆ ਵੀ ਉਹ ਕਿੱਧਰ ਚਲੀ ਗਈ। ਖੈਰ ਉਹ ਜਦੋਂ ਥਾਣੇਦਾਰ ਆਉਂਦੇ ਆ, 2 ਜਾਨੀ ਖਾਂ ਮਾਨੀ ਖਾਂ ਇਸ ਗੰਗੂ ਦੇ ਘਰ ਵਿੱਚੋਂ ਲੈ ਕੇ ਜਾਂਦੇ, ਮੁਰਿੰਡੇ ਥਾਣੇ ਖੜਦੇ ਆ, ਕੋਤਵਾਲੀ 'ਚ ਰੱਖਦੇ ਆ। ਅਗਲਾ ਦਿਨ ਹੁੰਦਾ ਹੈ, ਸੂਬੇ ਸਰਹੰਦ ਨੂੰ ਇਸ ਦੀ ਖਬਰ ਪਹੁੰਚਦੀ, ਜਾ ਕੇ ਦੱਸਦੇ ਨੇ। ਉਹ ਕਹਿੰਦਾ ਇੱਥੇ ਲੈ ਕੇ ਆਓ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ। ਸਰਹੰਦ ਲਿਜਾਇਆ ਜਾਂਦਾ, ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਰੱਖ ਦਿੱਤਾ ਜਾਂਦਾ, ਕੈਦ ਕਰ ਦਿੱਤਾ ਜਾਂਦਾ ਹੈ। ਸੰਖੇਪ ਗੱਲ ਕਰਨ ਲੱਗਾ ਮੈਂ ਹੋਰ, ਜਦੋਂ ਠੰਡੇ ਬੁਰਜ ਵਿੱਚ ਸਾਧ ਸੰਗਤ ਜੀ ਰੱਖਿਆ ਗਿਆ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ, ਤੇ ਠੰਡੇ ਬੁਰਜ ਦਾ ਜਿਹਦਾ ਨਾਂ ਠੰਡਾ ਬੁਰਜ ਹੈ, ਇਹ ਗਰਮੀਆਂ ਦੇ ਦਿਨਾਂ 'ਚ ਵਜ਼ੀਰ ਖਾਨ ਇੱਥੇ ਆ ਕੇ ਬੈਠਦਾ ਸੀ ਤੇ ਲਾਗੇ ਖਾਈ ਸੀ ਪਾਣੀ ਦੀ। ਉਹਦੀ ਜਦੋਂ ਹਵਾ ਠੰਡੀ ਚੱਲਦੀ ਸੀ ਤੇ ਉਦੋਂ ਠੰਡ ਮਹਿਸੂਸ ਹੁੰਦੀ ਸੀ। ਤੁਸੀਂ ਅੰਦਾਜ਼ਾ ਲਾਓ ਵੀ ਸਿਆਲ ਵਿੱਚ ਕੀ ਹਾਲ ਹੋਏਗਾ। ਤੇ ਇਹਨਾਂ ਨੇ ਕੋਈ ਤਰਸ ਥੋੜਾ ਕਰਨਾ ਸੀ। ਮਾਤਾ ਜੀ ਦੇ ਜੋ ਉਹੀ ਬਸਤਰ ਨੇ, ਸਾਹਿਬਜ਼ਾਦਿਆਂ ਕੋਲੇ ਵੀ ਉਹੀ ਬਸਤਰ ਨੇ, ਕੋਈ ਬਹੁਤੇ ਭਾਰੇ ਸਮਾਨ ਕੋਲ ਕੋਈ ਨਹੀਂ ਹੈ, ਬਸਤਰ ਨਹੀਂ ਹੈ, ਕੋਈ ਖੇਸ ਕੰਬਲ ਰਜਾਈ ਤਲਾਈ ਕੋਲ ਕੋਈ ਨਹੀਂ ਹੈ। ਠੰਡੇ ਬੁਰਜ ਵਿੱਚ ਨੇ ਸਾਧ ਸੰਗਤ ਜੀ। ਰਾਤ ਦਾ ਟਾਈਮ ਨਿਕਲ ਰਿਹਾ ਹੈ। ਜੋਗੀ ਅੱਲਾ ਯਾਰ ਖਾਂ ਦੇ ਫਿਰ ਸ਼ਬਦ ਆ ਗਏ ਸਾਹਮਣੇ। ਉਹ ਕਹਿੰਦਾ ਉਹਦੀ ਉਡਾਰੀ ਹੈ ਕਵੀ ਦੀ। ਉਹ ਕਹਿੰਦਾ ਜਦੋਂ ਰਾਤ ਦਾ ਟਾਈਮ ਹੈ ਤੇ ਆਪਣੀ ਦਾਦੀ ਦੇ ਕੋਲੇ ਇੱਕ ਬੰਨੇ ਬਾਬਾ ਜੁਝਾਰ ਜੋਰਾਵਰ ਸਿੰਘ, ਇੱਕ ਬੰਨੇ ਬਾਬਾ ਫਤਿਹ ਸਿੰਘ, ਦੋਨੋਂ ਨੂੰ ਗੋਦ 'ਚ ਲਿਆ ਹੋਇਆ, ਨਿੱਘ ਤੇਰੀ ਦਾਦੀ ਮਾਂ, ਤੇ ਆਪਣੀ ਦਾਦੀ ਮਾਂ ਨੂੰ ਦੋਨੋਂ ਸਾਹਿਬਜ਼ਾਦੇ ਬੋਲ ਕੇ ਕਹਿ ਰਹੇ ਨੇ ਕਿ ਮਾਤਾ ਜੀ साडे भरा साडे पिता सिपाही सारे किधर चले गए। दादी से बोले अपने सिपाही किधर गए, दरियाए पे छोड़ के राही किधर गए, अब्बा भगा के लश्करे शाही किधर गए, भाई भी हमको भूल गए, यौक जंग में हमारा ख्याल तक लाया, यौक तफंग में। इसका मतलब बन गया जंग के शौक में साडा ख्याल भुल गया, जंग के शौक में तीर चलाने के ख्याल में साडा चिट्टा भुल गया। फिर जोगी अल्लाह यार का कहता कह रहे सन जब रण जित के अजीत आएंगे, पिता के साथ जब जुझार आएंगे, गिला करके हर एक से हम रूठ जाएंगे, माता कभी पिता कभी भाई मनाएंगे, गले लगा के कहेंगे वो बार बार, लेकिन हम नहीं मानेंगे जिनहार। वो बार बार मनाओगे भी मनो मन जाओ, पर एक गल दे उत्ते मनांगे, इकरार लेंगे सबसे के भुलाना ना फिर कभी। ये भरावां तो करार लवांगे कि अज तो बाद सानू भुला के ना जाओ। खैर मैं शुरू जिवें कहा ये वार्तालाप बहुत लंबी चौड़ी, मैं सारी वो बयान नहीं कर सकता, समय नूं ध्यान च रखदिआं होइआं दादी मां नाल गलबात करदे पए ने। साध संगत जी दिन का चढ़ाव हो जाता है, सारी रात मां ने अपनी गोद का निग दिता, दिन का चढ़ाव हुंदा है। इन्हां साहिबजादे नूं लैण वास्ते सिपाही आउंदे, कचहरी तैयार है सूबे सरहंद दी, कचहरी विच लिजाण वास्ते तैयार होए ने। माता जी ने एक गल कही अपने पोतरिਆਂ ਨੂੰ कि पुत्रो एक गल मेरी याद रखियो, तुसी गुरु तेग बहादुर दे पोतरे जे ते गुरु गोबिंद सिंह दे पुत्र जे। तुहाडे दादे नूं कोई दुनिया दी ताकत झुका नहीं सकी, तुहाडे बाप नूं नहीं झुका सकी। ये सिर नहीं झुकना चाहिए, जे सिर झुकदा ते तुहाडे दादे दा झुकदा, तुहाडे पिता दा सिर झुकदा। मैं कहना गुरमुखो उस दादी मां को बलिहार जाइए। 80 साल की दादी मां जी अपने पोतरिਆਂ ਨੂੰ तैयार कर रही है। देखो तुसीं आ बच्चों का आप प्रोग्राम कर रहे हैं, तुसीं पहला भी सुनिया, बाद में इन्होंने इनाम भी देना है। अपने सामने जरा देखो 6 ते 7 साल की उम्र, 6 ते 9 साल या 7 ते 8 साल की उम्र के जेडे, चलो मैं शब्द सिर्फ बच्चे वरत रहे हैं, वो तो साध संगत जी बाबे ने, असीं शब्द भी बाबा ही कहने ना, बाबा जी सिंह। उन्हों की सुरत एडी उच्ची है, सिर्फ कथा करने वास्ते शब्द वरतने पैंदे, असीं बच्चे शब्द वरत रहे साहिबजादे गुरु गोबिंद सिंह महाराज जी दे। साध संगत जी तैयार करके दादी मां तोरदी है। पहले दिन की कचहरी में जो साहिबजादे जाते हैं, दूरों वेखते दोनों भरा ते कहते हैं कि
इत्थे नीति ये कह रही है कि जिहड़ा वड्डा दरवाजा बंद है छोटा खुलिया सानू झुकाउणा चाहुंदे है। दोनों भरावां ने अपने पैर अगे करके उस छोटी बारी दे विचों जी पैर पहला विखाए ने। सामने सूबा सरहद बैठा सी, उन्होंने अपनी जुत्ती विखा रहे हैं, जिन्होंने तू झुकाउणा चाहुंदा तू किवें झुका सकदा है। उन्हें समझा असीं कह देंगे कि झोगे गुरु गोबिंद सिंह दे पुत्र। खैर अंदर प्रवेश करते हैं, दोनों भरा आपस में फतेह बुलाते हैं। कचहरी में सन्नाटा छा जाता है, कोई भी उत्थे अपना नहीं है। गल याद रखियो जी, अपना नहीं कोई भी उत्थे कचहरी च कभी मिले भी नहीं, उन्होंने पता भी कोई नहीं है। कचहरी में आए ने तो साध संगत जी दोनों भरा खलोते ने। सूबे सरहंद ने सब तो पहला उन्होंने एक गल कही, जिहड़ी गल मैं कह रहा, इस हर गल की कोई लिखत नहीं। कुछ गल्लां होंदियां जिहड़ियां लिखत च नहीं होंदियां, पर सानू जो असीं विद्वानां तो सुनते हैं जां पढ़ते जां जो किताबां च पढ़िया है वो शब्द कहने पैंदे, क्योंकि समा आएगा शायद ये सारियां चीज़ां किते आउण वाले समय च ये वार्तालाप किते हौली हौली किते एक गल निकलदी आ जाए कि की गलबात हुई होगी सूबे की कचहरी में है। हो सकता कई बार कोई बंदे कुछ लिख जाते हैं, पता नहीं लगता, कई सदियां बाद पता आता है। हो सकता किते समा आवे ते गल सामने आ जाए भी वार्तालाप की हुई होगी उत्थे। पर जो चल रही प्रचलित गल ही मैं कर लग्या साध संगत जी, पुछदा तो असीं तुहाडा नां की है। सब तो पहला नां पुछदा तुहाडा नां की है, ते उत्थे फिर साहिबजादे कहंदे हैं गुरु गोबिंद सिंह दे पूत हम, मात गुजरी पाहे, जोरावर सिंह फतेह सिंह नाम हमारे आहे। आ है साडा नाम, असीं गुरु गोबिंद सिंह दे पुत्र ते माता गुजरी दे कोल रह रहे हैं। इहदा नाम जोरावर सिंह ते मेरा नाम फतेह सिंह, बाबा फतेह सिंह कह रहे हैं। फिर वो कहंदा तुहानू पता तुहाडा भरा मारते, तुहाडा पिता मारता, कोई नहीं रहा इत्थे। फिर साहिबजादे गरजवी आवाज विच कहंदे किहड़ा जम्मिया सूरमा साडे बाप नू मारन वाला, किहड़ा आया सूरमा जिहड़ा साडे भरावां नू फड़ लेगा। उन्हें कहा यह तो मन सकते हैं कि मेरे बड़े भरा साडे बड़े भरा मैदाने जंग में शहादत का जान तो पी गए होणगे, पर तुहाडे हाथ नहीं आए होणगे। साडे पिता नूं तुसीं फड़न वाले कौन ते मारन वाले कौन। कचहरी में शरनाटा छा रहा भी है। इन्नी छोटी उम्र ते एडी वड्डी दलेरी नाल गल्लां करदे, जेहड़े इन्नी उम्र में एडियां वड्डियां गल्लां करदे ते बाप नूं कौन झुकारेगा। ਇਹਦੇ ਬਾਪ ਦਾ ਮੁਕਾਬਲਾ ਕੌਣ ਕਰ ਲੇਗਾ ਜਿੰਨਾ ਇਹਨਾਂ ਛੋਟੀ ਉਮਰ ਵਾਲਿਆਂ ਦੇ ਵਿੱਚ ਇੰਨਾ ਰਸ ਹੈ, ਵੀਰ ਰਸ ਹੈ। ਸਾਧ ਸੰਗਤ ਖੈਰ ਗੱਲ ਹੋਰ ਛੋਟੀ ਕਰਾਂ ਕਿ ਉਹਨਾਂ ਨੂੰ ਲਾਲਚ ਦਿੱਤੇ ਗਏ, ਡਰਾਇਆ ਧਮਕਾਇਆ ਗਿਆ, ਸਭ ਕੁਝ ਕਹਿਣ ਤੋਂ ਬਾਅਦ ਛੱਡ ਦਿੱਤਾ ਗਿਆ ਵੀ ਚਲੋ ਜਾਣਗੇ ਦਾਦੀ ਮਾਂ ਕੋਲੇ ਗੱਲਬਾਤ ਕਰਨਗੇ। ਜਾ ਕੇ ਉੱਥੇ ਜਾਂਦੇ ਸਾਧ ਸੰਗਤ ਜੀ ਦੂਸਰਾ ਦਿਨ ਆ ਜਾਂਦਾ ਹੈ। ਜਦੋਂ ਰਾਤ ਦਾਦੀ ਮਾਂ ਕੋਲੇ ਜਾਂਦੇ ਆ, ਗੱਲਾਂ ਬਾਤਾਂ ਹੁੰਦੀਆਂ ਨੇ। ਫਿਰ ਦਾਦੀ ਮਾਂ ਪੁੱਛਦੀ ਸਾਰੀ ਗੱਲ, ਉਹ ਬੜੀ ਸੂਰਮਤਾਈ ਬਹਾਦਰੀ ਨਾਲ ਦੱਸਦੇ ਨੇ। दूसरा दिन होंदा, फिर तैयार करके साहिबजादियां नूं मां तोड़दी है, सिपाही आउंदे है, फिर कचहरी दे विच पेशी हुंदी है। उत्थे मलेरकोट दा नवाब शेर मुहम्मद खां आउंदा, जिन्हों क्या अपने भरा दा बदला ले ले। वो हा दा नारा मार के चले गया कि बदला ही लेना होगा तो ले गए इनके बाप से, खुदा मैं पूछ रखे ऐसे पाप से, मैनू रब इस पाप को बचा लवे। जे बदले की गल होएगी तो जो बाप सामने आएगा मैं बदला लवांगा। सचमुच उन्हें बाबा बंदा सिंह बहादुर नाल टक्कर भी लई, मुड़ के उन्हें लड़दा रहा, बाद विच गल वखरी है। उन्हें हा दा नारा मारिया ते वजीर खान नूं कहा गया कि पाप तू ना करी, सानू शरा इजाजत नहीं देंदी, इस्लाम इजाजत नहीं दिंदा, साडे पैगंबर इजाजत नहीं दिंदे भी छोटी उम्र में किसी नूं मार दिता जाए। वो हा दा नारा मार के तुर गया। कहंदे ने कि वजीर खान दे मन ते कुछ प्रभाव भी पिया। उत्थे झूठे नंद वर्गे सन कचहरी। सिख इतिहास नूं झूठा नंद कहंदा, ना तो उहदा सुच्चा नंद ही है, पर इतिहास उहनूं झूठा नंद कहंदा। वो सुच्चे नंद ने उस वेले बोल पिया, मैं कहा जी वेखियो छड्डना दिओ जे, जे तुसीं छड्डना चाहुंदे हो पहलां मेरी गल सुणो कि इन्हां साहिबजादियां नूं बारे कह रहे। कहंदा मैं हुणे तुहानूं दसदा छड्डना चाहीदा कि नहीं। कहंदा जे तुहानूं मान लो वजीर खां छड्ड देवे, ਉਹਦੇ ਤੇ ਤਰਸ ਆ ਗਿਆ, ਤੁਹਾਡੇ ਤਰਸ ਆ ਗਿਆ, ਤੁਹਾਨੂੰ ਛੱਡ ਦੇ, ਕੀ ਕਰੋਗੇ? ਉਹਨੇ ਕਿਹਾ ਪਹਿਲੀ ਗੱਲ ਤੁਸੀਂ ਛੱਡਣਾ ਨਹੀਂ। ਸਾਹਿਬਜ਼ਾਦਿਆਂ ਨੇ ਕਿਹਾ ਜੇ ਛੱਡ ਦਿੱਤਾ ਭਰਾਵਾਂ ਨੂੰ ਇਕੱਠਿਆ ਕਰਾਂਗੇ, ਸਿੰਘਾਂ ਨੂੰ ਇਕੱਠਿਆ ਕਰਾਂਗੇ, ਫੌਜ ਤਿਆਰ ਕਰਾਂਗੇ, ਆਹ ਸੂਬਾ ਸਰਹੰਦ ਜਿਹੜਾ ਸਾਹਮਣੇ ਬੈਠਾ ਦਾ ਸਿਰ ਲਾ ਕੇ ਲੈ ਜਾਵਾਂਗੇ। ਇਹ ਕੋਈ ਛੋਟੀ ਗੱਲ ਹੈ ਗੁਰਮੁਖੋ? 7 ਤੇ 9 ਸਾਲ ਦੀ ਉਮਰ ਦੇ ਜਿਹਨੂੰ ਅਸੀਂ ਬੱਚੇ ਕਹਿ ਰਹੇ, ਮੈਂ ਬਾਬੇ ਸ਼ਬਦ ਵਰਤਾਂ, ਐਡੀ ਵੱਡੀ ਗੱਲ ਕਹਿ ਦੇਣੀ ਵੀ ਸੂਬਾ ਸਰਹੰਦ ਤੇਰਾ ਸਿਰ ਲਾ ਕੇ ਲੈ ਜਾਵਾਂਗੇ। ਤੇ ਕਿੰਨੇ ਛੱਡਣਾ ਸੀ ਉਹਨਾਂ ਨੂੰ ਕਚਹਿਰੀ 'ਚ? ਕੌਣ ਛੱਡ ਸਕਦਾ ਸੀ? ਸਾਧ ਸੰਗਤ ਜੀ ਜਦੋਂ ਨਾ ਵੇਖਿਆ, ਉਹ ਕਹਿੰਦਾ ਇਹਨਾਂ ਨੂੰ ਛੱਡਣ ਦੀ ਗੱਲ ਕਰਦੇ ਹੋ? ਫਿਰ ਇਹਨਾਂ ਅੱਤੋਂ ਉਹ ਜਿਹੜਾ ਵਜ਼ੀਰ ਖਾਨ ਕਹਿ ਲਓ ਸੂਬਾ ਸਰਹੰਦ, ਇਹਨਾਂ ਗੁੱਸੇ ਵਿੱਚ ਆ ਗਿਆ। ਉਹਨੇ ਕਿਹਾ ਇਹਨਾਂ ਨੂੰ ਇਹੋ ਜਿਹੇ ਤਸੀਹੇ ਦਿਓ ਵੀ ਯਾਦ ਰੱਖੇ ਦੁਨੀਆ। ਉਹ ਤਸੀਹੇ ਕਿਹੜੇ? ਕਹਿੰਦਾ ਇਹਨਾਂ ਨੂੰ ਬੋਰਡ ਨਾਲ ਬੰਨ੍ਹ ਦਿਓ। ਇਹ ਵੀ ਦੂਨਾ ਸਿੰਘ ਢੂਰੀਆ ਦੀ ਲਿਖਤ ਹੈ।
कहता बोर्ड नाल बन दिओ, दख्त नाल पिछे बाहां करके बन दिओ, इस तरह पिछे बाहां करके बन के गलेले मारे गए। ये ओदी लिखत कह रही है, गलेले मारे। साहिबजादियां दे आके वो वजदे, कोई मत्थे ते वजदा, कोई शरीर ते वजदा, कोई किते शरीर दे उत्ते वज गया गलेला, गलेले मारे गए। फिर खोल दिते गए। फिर उन्होंने हत्थां विच इत्थे आलियां हत्थां दी उंगलां इन्हां विच पटाखे रख के, पटास रख के वो चलाई गई। एक मास उड़ाया गया। तूत दियां शमकां दा जिक्र करदा भी मारियां गईयां। शरीर सारा पिंडा उठ गया सी। साहिबजादियां दे लाशां पै चुकियां सन। दादी मां कोले आउंदे होर गल संखेप करां क्योंकि समां इजाजत नहीं मैनूं दे रहा। मैं बेनती करा कि साध संगत जदों दादी मां कोले आउंदे, मां ने जदों उन्हां अपने पोतरियां दे शरीर देखे, जदों उन्हें अपने पोतरियां दे वस्त्र ला के देखिया, लाशां पईयां होईयां सन, शरीर उठिया पिया सी सारा। गुरमुखोज इन्ने कोमल शरीर सन जिन्होंने गुरु के सिख घोड़े बन के झूटे दिंदे हुंदे सी, घोड़े बन के झूटे दिंदे सी, जिन्होंने गदेलियां ते सौण नूं मिलदा सी, जिन्होंने किसी गल की कोई घाट नहीं सी। अज उन्होंने शरीरां उत्ते शमकां पईयां। दादी मां ने वेख्या शरीर सारा उठिया पिया सीगा, पर फिर भी उन्हें दादी मां ने एडा वड्डा उन्होंने हौसला दिता, पुत्रो बस कल का दिन होर रह गया है, पेपर जिहड़ा पिया होया उहदे विचों पास निकल के जाना है। तीसरा दिन हुंदा है। साध संगत जी दूसरे दिन ही कह लो कि जो साहिबजादे नूं भेजण तो पहला फतवा ला दिता गया सी भी नीहां च चिण के शहीद कर दिता जाएगा। तीसरा दिन दादी मां ने तैयार किया दोनों अपने पोतरियां नूं। इतिहास कर कहंदे माता जी कोले कुछ वस्त्र सी, नीलियां दा जिक्र आउंदा है। तस्वीरां में चलो जिहड़ियां बनाईयां ने सिर्फ वो जानन वास्ते हुंदा है, तस्वीरां दे पूजन वास्ते नहीं। उहदे च देखो ते नीले ही बाणियां दी तस्वीरां मिलदियां, दा मतलब हो गया नीले साहिबजादे दे चोले सन, वो दादी मां ने पा के तैयार किया। तीसरे दिन की गल है जिदन शहादत होनी। दादी मां ने तैयार किया, छपाई लैण वास्ते आउंदे ने। एक जिक्र होर कर जा कि साध संगत जी जिहड़ा बाबा मोती राम महरा से दुध भी पियाया दूसरी रात की, जिक्र वह भी करना चाहिए सिंह का, जिसका सारा ही परिवार कोलू चुका के पेट दिता गया। खैर कुछ मेरे को ना विसर गए होंगे या विसर जाने समय की घाट करके, इस करके मैं बेनती करा सास ने तैयार करके दादी मां तोड़न लगी है। साहिबजादे अज दादी मां के को शरीरक तौर पर विछोड़ा पै जाना सदा के लिए, शरीरक शब्द मैं वरतिया, शरीरक तौर पर सदा लिए विछोड़ा पै जाना। दादी मां ने तैयार किया है। उत्थे जोगी अल्लाह याद खा दी सपना फिर सामने आ गया। वो कहता कि माता जी कह रहे सन, आओ जाने से पहले गले में लगा तो लूं, केसों को कंगी करूं, जरा मुंह दुल्हा तो लूं, प्यारे शीश पे नन्ही सी कलगी सुजा तो लूं, बेटा मरने से पहले तुझको दुल्हा बना के लूं। मैं तुहानू तुसीं दाढ़ी मौत लियाउण चले, मैं दूल्हे बना के तुहानू तोरना है। तैयार किया दोनों साहिबजादियां नूं, तुरन लगे। जो थोड़ा जिहा दूर जाते ने, मां वाले पिछा भौं के देखते हैं। इनू सोहण सिंह शीतल जी उन्होंने अपन सफर इं कहा है कि जो दादी मां ने वेख्या एक दूजे वाले वेखते हैं, ओदी भी उडारी होंदी कवि दी। वो कहता है कि दादी मां वाले वेखते ओदे पैरों नूं हत्थ ला के मत्था टेक के जो तुरन लगे, तो ये शीतल जी दी सदरा ने वो कहने लगा कि दादी मां के पैरों नूं हत्थ ला के तुरन लगे। फिर उन्होंने साहिबजादियां ने तुर पै दोनों लाडले जब फतेह बुला के, बाहर अखीरी मां दे चरनी हथ ला के, बूहे विचों परत के बोले मुस्कुरा के, मां उड़ीकांगे तेनू सचखंड विच जाके, पर ना आउणा तुसां ने चिर बहुता ला के, पर ना आउणा तुसां ने चिर बहुता ला के। उससे वो कह रहे हैं कि माता जी तुसीं चिर ला छेती आ जाओ जी, चिर ना लाओ जी, पर ना आउणा तुसां ने चिर बहुता ला के, रुस ना जाइए रुस जाओ तेरा खिमा करियो जे। तुर पै दोवें लाडले जद फतेह बुला के, वार अखीरी मां दे चरनी हथ ला के, बूहे विचों परत के बोले मुस्कुरा के, मां उड़ीकांगे तेन सचखंड वे जाके, पर ना आउणा तुसां ने चिर बहुता ला के, साडा जी नहीं लगना तुसीं छेती आउणा, नहीं तो रसको फतेह सिंह तेरा जी परचाउणा, मिन्नतां कर कर अम्मीए फिर पाऊ मनाउणा। चल दादी कह रही चलो मेरे हीरियो मैं मगरे आवा, पुत्तां बाज देखिया कद जिउंदियां मावां, पुत्तां दुआरे राम कर मावां दियां बावां, जिधर जांदे हंस उधर जांदियां छावां, मैं तोर घर दियां रौनकां सचखंड वसावां। माता जी ने तोर दिता साहिबजादियां नूं। अज फिर कचहरी नहीं अज लगती क्योंकि वो फैसला दे दिता गया सी। अज सीधा वो जगह है जिथे लोग इकट्ठे हुए ने, नीआं वेचण दिता जाना। शासन वेग बाशन वेग समाने के रहने वाले जिन्हां दा मुकदमा चलदा सी, अपना मुकदमा मिटाउण वास्ते उन्होंने पाप करने कह दिता, साहिबजादियां नूं नीआं विच खिलार दिता गया।
ਇਉਂ ਕਹਿ ਲਓ ਵੀ ਖਿਲਾ ਦਿੱਤਾ ਗਿਆ। ਨੀਆਂ ਸ਼ੁਰੂ ਹੋਈ ਕੰਧ ਚਿਣਨੀ ਜਿਹੜੀ ਸੀ, ਕੰਧ ਚਿਣਦਿਆਂ ਚਿਣਦਿਆਂ ਜਦੋਂ ਮੋਢੇ ਤੱਕ ਆਉਂਦੀ ਹੈ, ਸਰੀਰ ਸਾਰਾ ਫਿੱਟ ਚਿਣ ਦਿੱਤਾ ਗਿਆ। ਇਹ ਨਹੀਂ ਕਿ ਕੰਧ ਜਿਹੜੀ ਸੀ ਉਹ 2 ਫੁੱਟ ਪਾਸੇ ਨਹੀਂ ਉਹਨਾਂ ਨੇ ਚਿਣੀ, ਬਿਲਕੁਲ ਸਰੀਰ ਦੇ ਨਾਲ ਨਾਲ ਕੰਧ ਚੱਲ ਰਹੀ ਹੈ, ਬਿਲਕੁਲ ਨਾਲ ਨਾਲ ਜੋੜ ਕੇ ਸਰੀਰ ਦੇ। ਜਦੋਂ ਇੱਥੋਂ ਤੱਕ ਆਉਂਦੀ ਹੈ ਫਿਰ 1 2 4 ਇੱਟਾਂ ਹੋਰ ਲੱਗਦੀਆਂ ਨੇ ਤੇ ਬੰਦ ਹੋ ਜਾਂਦੀ ਕੰਧ। ਫਿਰ ਸਾਹਿਬਜ਼ਾਦਿਆਂ ਦੀ ਇਉਂ ਕਹਿ ਲਓ ਕਿ ਜਦੋਂ ਉਹ ਕੰਧ ਜਿਹੜੀ ਹੈ ਪਾੜ ਜਾਂਦੀ ਹੈ, ਟੁੱਟ ਜਾਂਦੀ ਹੈ, ਡਿੱਗ ਪੈਂਦੇ ਸਾਹਿਬਜ਼ਾਦੇ, ਬੇਹੋਸ਼ ਹੋ ਗਏ। ਜਦੋਂ ਡਿੱਗੇ ਨੇ ਫਿਰ ਦੋਨਾਂ ਬੇਹੋਸ਼ ਹੋਇਆਂ ਨੂੰ ਕਹਿੰਦੇ ਨੇ ਕੁਝ ਵਿਦਵਾਨ ਵੀ ਹੋਸ਼ ਵਿੱਚ ਲਿਆਂਦਾ ਗਿਆ। ਖੈਰ ਚਲੋ ਜੋ ਵੀ ਹੈ, ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਨ ਦਾ ਹੁਕਮ ਹੋ ਗਿਆ। ਸਿਰ ਕਲਮ ਕਰ ਦਿਓ ਦੋਨਾਂ ਦੇ। ਬਾਬਾ ਜੋਰਾਵਰ ਸਿੰਘ ਦਾ ਸਿਰ ਕਲਮ ਕੀਤਾ ਗਿਆ, ਬਾਬਾ ਫਤਿਹ ਸਿੰਘ ਦਾ ਸਿਰ ਕਲਮ ਕਰ ਦਿੱਤਾ ਗਿਆ, ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ। ਟੋਡਰਮਲ ਆਇਆ, ਉਹਨੇ ਸਾਰੇ ਸਾਧ ਸੰਗਤ ਜੀ ਜਿਹੜੇ ਮਾਤਾ ਜੀ ਦਾ ਤੇ ਸਾਹਿਬਜ਼ਾਦਿਆਂ ਦਾ ਜਿਹੜਾ ਸਰੀਰ ਸੀ ਇਹਦਾ ਸੰਸਕਾਰ ਕਰਨ ਲਈ ਜ਼ਮੀਨ ਮੁੱਲ ਲੈ ਕੇ ਉਸ ਜਗ੍ਹਾ ਤੇ ਸਾਹਿਬਜ਼ਾਦਿਆਂ ਦਾ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ। ਥੋੜਾ ਜਿਹਾ ਤੁਹਾਡੇ ਮਿੰਟ ਮੈਨੂੰ ਦਿਓ ਜੇ, ਸਮਾਪਤੀ ਕਰਨ ਲੱਗੇ ਆ। ਸਾਧ ਸੰਗਤ ਸਾਹਿਬਜ਼ਾਦੇ ਵਿੱਚ ਮਾਤਾ ਜੀ ਸ਼ਹੀਦ ਹੋ ਜਾਂਦੇ, ਇਹਨਾਂ ਦੇ ਸੰਭਾਲ ਕਰਦਾ ਟੋਡਰਮਲ। ਮੈਂ ਸਿਰ ਸਮਾਪਤੀ ਇੱਥੇ ਕਰ ਲੱਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਆ ਗਏ। ਹੁਣ ਸਾਰੀ ਗੱਲ ਦੀ ਮੈਂ ਸਮਾਪਤੀ ਕਰ ਲੱਗਿਆ। ਮਹਾਰਾਜ ਮਾਛੀਵਾੜੇ ਦੇ ਮਹਾਰਾਜ ਕਹਿੰਦੇ ਨੇ, ਰਾਏ ਕੱਲੇ ਨੂੰ ਕਹਿੰਦੇ ਨੇ ਕਿ ਮੈਂ ਆਪਣੇ ਪੁੱਤਰਾਂ ਦੀ ਖਬਰ ਜਾਣਨਾ ਚਾਹੁੰਦਾ ਕਿ ਕੀ ਕੁਝ ਵਾਪਰਿਆ ਹੈ। ਮੈਂ ਪਹਿਲਾਂ ਫਿਰ ਕਹਿ ਦਿੰਦਾ ਵੀ ਇਸ ਦੁਨਿਆਵੀ ਤੌਰ ਤੇ ਸ਼ਬਦ ਵਰਤਨੇ ਪੈਂਦੇ ਆ। ਗੁਰੂ ਸਰਬ ਕਲਾ ਸਮਰੱਥ ਹੈ, ਅਸੀਂ ਕਥਾ ਕਰਨ ਵਾਸਤੇ ਸ਼ਬਦ ਸਾਨੂੰ ਇਹ ਕਹਿਣੇ ਪੈਂਦੇ ਆ। ਮਹਾਰਾਜ ਨੇ ਕਿਹਾ ਲਿਆਓ, ਮੈਂ ਆਪਣੇ ਪੁੱਤਰਾਂ ਦੀ ਜਾਂ ਪਰਿਵਾਰ ਦੇ ਬਾਰੇ ਜਾਣਨਾ ਚਾਹੁੰਦਾ ਹਾਂ। ਸਾਧ ਸੰਗਤ ਜੀ, ਨੂਰਾ ਮਾਹੀ ਸਭ ਨੂੰ ਪਤਾ, ਉਹਦਾ ਨਾਂ ਇਤਿਹਾਸ ਵਿੱਚ ਹੈ। ਉਹ ਜਾਂਦਾ ਖਬਰ ਲੈਣ, ਜਦੋਂ ਜਾਂਦਾ ਤੇ ਲੋਕ ਧਾਹਾਂ ਮਾਰ ਮਾਰ ਕੇ ਦੱਸਦੇ, ਰੋ ਰੋ ਕੇ ਦੱਸਦੇ ਨੇ ਕੀ ਕੁਝ ਹੋਇਆ। ਸ਼ਮਕਾਂ ਪਈਆਂ, ਗਲੇਲੇ ਵੱਜੇ, ਉਹਨਾਂ ਦਾ ਸਿਰ ਚਿਣ ਦਿੱਤਾ, ਸਰੀਰ ਚਿਣ ਦਿੱਤਾ ਗਿਆ, ਕਲਮ ਕਰ ਦਿੱਤਾ ਗਿਆ। ਪਰ ਇੱਕ ਗੱਲ ਸੁਣ ਕੇ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕੇ ਨਹੀਂ, ਝੁਕਾ ਨਹੀਂ ਸਕਿਆ ਉਹਨੂੰ ਕਿ ਤੇਰੇ ਮਹਾਰਾਜ ਪੁੱਤਰਾਂ ਨੂੰ। ਉੱਥੇ ਫਿਰ 4 ਸਤਰਾਂ ਨੇ ਇੱਕ ਕਵੀ ਦੀਆਂ, ਉਹ ਬੜੇ ਲੰਮਾ ਸਮਾਂ ਪਹਿਲਾਂ ਮੈਂ ਪੜ੍ਹੀਆਂ ਸੀ ਤੇ ਉਹ ਇੱਕ ਕਿਤਾਬ ਹੈ, ਇੱਕ ਖੱਤ ਭਾਈ ਤਾਰੂ ਸਿੰਘ ਦੇ ਨਾਂ, ਸ਼੍ਰੋਮਣੀ ਕਮੇਟੀ ਨੇ ਛਾਪੀ, ਉਹਦੇ ਵਿੱਚੋਂ ਇਹ ਮੈਨੂੰ ਕਵਿਤਾ ਮਿਲੀ ਹੈ। ਉਹਦੇ ਚੋਂ ਬੜਾ ਭਾਵਪੂਰਤ ਸ਼ਬਦ ਲਿਖਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਕਹਿ ਰਹੇ ਸਨ, ਸਰਹੰਦ ਸੋ ਸਣਿਆ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ, ਨੌਨ ਨਿਹਾਲ ਤੁਰ ਗਏ। ਸੂਬੇ ਨੇ ਕੰਧਾਂ ਵਿੱਚ ਪੀੜ ਦਿੱਤੇ, ਕੋਮਲ ਜੰਦਾਂ ਕੋਮਲ ਸਰੀਰ ਕੰਧਾਂ ਵਿੱਚ ਨਪੀੜ ਦਿੱਤੇ। ਇਹ ਸੁਣ ਕੇ ਉਹ ਮੁਸਕਰਾ ਕੇ ਉੱਠਿਆ। ਉਹਨੇ ਨੂਰੇ ਦੇ ਕੋਲੇ ਜਾ ਕੇ ਪੁੱਛਿਆ, ਤੂੰ ਰੂਬਰੂ ਸੈ, ਕੋਈ ਗੱਲ ਨਾ ਛਪਾਈ, ਸੱਚ ਸੱਚ ਦਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ। ਜਦੋਂ ਮੇਰੇ ਪੁੱਤਰਾਂ ਨੇ ਕਿਤੇ ਉੱਚੀ ਸਾਹ ਤਾਂ ਨਹੀਂ ਕੱਢੀ, ਜਦੋਂ ਵੱਡੀ ਸੱਟ ਤੇਸੀ ਦੀ ਸੀ ਕਰਾਰੀ, ਮੇਰੇ ਫਤਿਹ ਨੇ ਕਿਤੇ ਉੱਚੀ ਚੀਕ ਤਾਂ ਨਹੀਂ ਮਾਰੀ। ਮਹਾਰਾਜ ਨੇ ਕਿਹਾ ਮੈਨੂੰ ਇਹ ਦੱਸ, ਮੇਰੇ ਪੁੱਤਰਾਂ ਨੇ ਉਸ ਵੇਲੇ ਕਿਤੇ ਹਾਏ ਤਾਂ ਨਹੀਂ ਕਿਹਾ, ਚੀਕ ਤਾਂ ਨਹੀਂ ਮਾਰੀ? ਉਹਨੇ ਕਿਹਾ ਨਹੀਂ ਮਹਾਰਾਜ, ਤੁਹਾਡੇ ਪੁੱਤਰਾਂ ਨੇ ਹਾਏ ਨਹੀਂ ਕਿਹਾ, ਤੁਹਾਡੇ ਪੁੱਤਰਾਂ ਨੇ ਕੋਈ ਚੀਕ ਨਹੀਂ ਮਾਰੀ, ਤੁਹਾਡੇ ਪੁੱਤਰ ਚੜ੍ਹਦੀ ਕਲਾ ਵਿੱਚ ਸ਼ਹੀਦ ਹੋਏ ਨੇ, ਕਾਈ ਦਾ ਬੂਟਾ ਪੁੱਟ ਰਹੇ ਸਨ। ਤੇ ਮਹਾਰਾਜ ਨੇ ਕਿਹਾ ਲੈ ਜ਼ੁਲਮ ਰਾਜ ਦੀਆਂ ਜੜ੍ਹਾਂ ਪੱਟੀਆਂ ਗਈਆਂ। ਸੱਚਮੁੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਕੁਝ ਕਰ ਦਿੱਤਾ ਜੋ ਸਾਹਿਬਜ਼ਾਦੇ ਕਹਿ ਗਏ ਸਨ ਦੁਨੀਆਂ ਵਿੱਚ ਚਿਣਦਿਆਂ ਹੋਇਆਂ ਕਿ ਸੱਚ ਕੋ ਮਿਟਾਓਗੇ ਤਾਂ ਮਿਟੋਗੇ ਜਹਾਨ ਸੇ, डरता नहीं अकाल किसी शहनशाह की शान से, उपदेश जरा सुन लो दिल के कान से, हम कह रहे हैं तुमको खुदा की जुबान से, हम जाने दे के औरों की जाने बचा चले, सिक्की की है सीर नींव सरों पे उठा चले, सल्तनत का पौधा लगा चले, गद्दी और तख्त अब कौन पाएगी, दुनिया में जालिमों का निशान तक मिटाएगी। अखीरली टोक है जोगी अल्लाह यार खान जो दोनों साकियां का जिक्र करता, अखीरली समाप्ति इस टोक उत्ते करता, जोगी जी हुई इसके बाद थोड़ी ही देर सी बस्ती सरहंद हुई ईटों का ढेर सी। फिर बाबा बंदा सिंह बहादुर ने आके सरहंद नूं उजाड़ के रख दिता, उन्हां तो बदले भी लए जिन्हां ने साहिबजादियां नूं फड़ाया शहीद करवाया जो कुछ उन्हां दा। फिर बाबा बंदा सिंह बहादुर ने आके साध संगत जी इत्थे इहो कह लो सिख राज स्थापित कीता। आओ साध संगत जी विचार आप जी नाल मैं साहिबजादियां दे संबंध विच गुरु के इतिहास विच कीती है। 4 के 17 होर तुसीं कहोगे भी 4 या 17 कह के भाई साहब टाइम ज़्यादा ला रहे ने, मेरी मजबूरी है कि तुसीं ये समा आना साल बाद तुसीं जो टका बनाया है इसी तरह बनाई रखो जो प्रोग्राम चलना अपना 1 बजे तक बच्चों का प्रोग्राम ही मेरे मन में है कि जो संगत क्योंकि असी जो तैयारी करते हैं जो सुनाना होंदा है वो पूरा 1 हफ्ता असी तैयार करते की संगत को सुनाना है। कुछ गल्लां रह जांदियां, बहुत रह जांदियां, समय की घाट करके बड़ा कुछ रह जाता है।
फिर भी साडे मन च हुंदा भी चलो जिन्नी क असीं संगत की सेवा कर सकते ਵੱਧ ਤੋਂ ਵੱਧ ਉਹਨਾਂ ਨੂੰ गुरु के इतिहास राਹੀਂ ਤੁਹਾਨੂੰ नहीं सुना रहा, मैं अपने आप ਨੂੰ सुना रहा। गुरु कृपा करे सानू ये समत आ जाए तो सानू कोई सोझी मिल जाए, साडा जीवन बन जाए। मैं तुहाडे जीवन बारे नहीं कह रहा, अपने बारे कथा कर रहा। अखीर विच मैं जिहड़ी समाप्ति कर लग्या वो 4 के सतरां ये ने बड़ियां भावपूर्त लगियां ने और साडे सारिਆਂ ਦੇ ਮੰਨਣ ਵਾਸਤੇ ने जिन्हां ने अस्थानां ते जाके दर्शन करते हैं या सुरत करके ध्यान कर रहे हैं उन्हां वास्ते जो 17 ने कि कलगीधर दियां पाईए बातां जिन्ने देव पुत्रां दियां दातां देश चों कढियां नेरियां रातां महंगे मुल लईयां प्रभातां ਸਿੰਘਾਂ ਦੇ ਚੱਲੇ आनंदपुर शहर उत्थे वसदी वगदी सरसा नहर आखी तैनूं पै जे कहर तेरे पानी दे विच जहर कीता नाल गुरां दे वैर कलगीधर दियां पाईए बातां जिन्ने देव पुत्रां दियां दातां देश चों कढियां नेरियां रातां महंगे मुल लईयां प्रभातां ਸਿੰਘਾ जे चलिया विच चमकौर उत्थे सुते ने दो भौर धरती चुम्मी करके गौर तेरी जिंदगी जाएगी सौर कलगीधर दियां पाईए बातां जिन्ने देव पुत्रां दियां दातां देश चों कढियां नेरियां रातां महंगे मुल लईयां प्रभातां ਸਿੰਘਾ जे चलिया माशीवाड़े उत्थे कढी जाके हाड़े तेरे फुट ने बाग उजाड़े। अज कौम की दुर्दशा जिहड़ी हो रही है ना ये साडी फुट करके हो गई। कौन मार सकदा सी इस कौम नूं? सिख कौम कदे ना हारे जे सिख सिख नूं ना मारे। अज वही कुछ तो हो रहा है ना। ਸਿੰਘਾ जे चलिया माशीवाड़े उत्ते कड्डी जाके हाड़े तेरे फुट ने बाग उजाड़े तेरे बाज न मिटण पवाड़े दे कलगीधर दियां पाईए बातां जिन्ने देव पुत्रां दियां दातां देश चों कड्डियां नेरियां रातां महंगे मुल लईयां प्रभातां। अखीरला बंद है ਸਿੰਘਾ जे चलिया विच सरहंद उत्थे खूनी उसरी कंध उस विच चढ़े ने दो चंद कलगीधर दे ने फरजंद दर्शन पाके हुई आनंद कलगीधर दियां पाईए बातां जिन्ने देव पुत्रां दियां दातां देश चों कड्डियां नेरियां रातां महंगे मुल लईयां प्रभातां। करतार सिंह बलगण दी कविता सत्संग जी मेरे कोलों विचारा करदियां बहुत भुल्लां हो गईयां। सतगुरु कृपा करन गरीब निवास सच्चे पातशाह मेरियां भुल्लां ना चतारनियां। सतगुरु दे चरनां च अरदास करनी वाहिगुरू तुसीं ये गल कह गए सी कि इहनूं पुत्र ने कै सीस पै वार दिए सुख चार मुए तो किया हुआ जीवत कई हजार। गुरु गोबिंद सिंह के पुत्र बन सकीए ते गुरु की असीस लै सकीए। मैं फिर बेनती करा उठियो ना तुसीं सारी संगत इवें रहो जे आपां अरदास करनी है। अरदास करके फिर इनाम वंड समागम चलना है। बच्चों नूं आपां उन्हां दा हौसला अफजाई करनी है। इस करके मेरी बेनती है अज दा जिहड़ा समा है ਵੱਧ ਤੋਂ ਵੱਧ दे दिओ। ये साल बाद टाइम आउंदा हुंदा देण इस करके सारी संगत नूं बेनती इसे तरह बैठ के बाकी का प्रोग्राम आपां देखना है। इन्हां छोटे छोटे बच्चों ने बड़ी तैयारी की ते कविता बाणी सुनाई तुहानूं इन्हां नूं इनाम भी दिता जाना है। मेरे कोलों बोलदियां भुल चुक हो गई खिमा कर देनी जी। आओ प्यार से आपको वाहिगुरू जी का खालसा वाहिगुरू जी की फतेह।